ਨਾਨਕ ਅੰਗਦ ਗੁਰੂ ਅਮਰਦਾਸ ਪਤਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ ਕੀਨ ਡੰਡੌਤ ਭੂਪ ਬਿਦ ਨੀਕੀ ਵਦੀ ਚਰਨ ਪਰ ਸ਼ਰਦਾਹੀ ਕੀ ਬੰਦ ਹਾਥ ਹੋਇਓ ਪੁਨ ਠਾਂਡਾ ਡੋਲਿਓ ਹਿਰਦੈ ਨ ਨਿਸਚਾ ਗਾਢਾ ਕੀਨ ਡੰਡੌਤ ਭੂਪ ਬਿਦ ਨੀਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੀ ਅਤਿਅੰਤੀ ਦਿਆਲਤਰ ਵਾਰਤਾ ਹੈ। ਇਸ ਵਾਹਿਗੁਰੂ ਪਰਮੇਸ਼ਰ ਨੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਸਾਡੇ ਕਲਯੁਗੀ ਜੀਵਾਂ ਦਾ ਉਦਾਰ ਕਰਨ ਵਾਸਤੇ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋ ਕੇ 10 ਜਾਮੇ ਧਾਰੇ। ਜਿੱਥੇ ਕਿਸੇ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰੇ ਸਤਿਨਾਮ ਵਾਹਿਗੁਰੂ ਦਾ ਚੱਕਰ ਚਲਾ ਕੇ ਬੇਅੰਤ ਕਲਯੁਗੀ ਜੀਵਾਂ ਦਾ ਉਦਾਰ ਕੀਤਾ। ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋ ਕੇ ਵਾਹਿਗੁਰੂ ਨੇ ਜੋ ਬਾਲ ਲੀਲਾ ਕੀਤੀ ਤੇ ਸਾਡੇ ਸ਼ਾਂਤ ਰਚਨ ਕੀਤਾ। 4 ਉਦਾਸੀਆਂ ਰਾਹੀਂ ਧਰਤੀ ਦੇ ਕੋਨੇ ਕੋਨੇ ਵਿੱਚ ਖੰਡਾ ਬ੍ਰਹਮੰਡਾਂ ਆਕਾਸ਼ਾਂ ਪਤਾਲਾਂ ਵਿੱਚ ਵਿਚਰਦਿਆਂ ਹੋਇਆਂ ਸੰਗਤ ਪੰਗਤ ਕਾਇਮ ਕੀਤੀ। ਐਸੇ ਵਾਹਿਗੁਰੂ ਨੇ ਜੋ ਗੁਰੂ ਨਾਨਕ ਸਰੂਪ ਦੇ ਵਿੱਚ ਕੌਤਕ ਕੀਤੇ ਉਹ ਸਭ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਕਰਕੇ ਭਾਈ ਬਾਲਾ ਜੀ ਨੇ ਸੁਣਾਏ ਤੇ ਲਿਖਾਏ। ਉਹਨਾਂ ਦਾ ਹੀ ਉਲੱਥਾ ਕਿ ਕਵੀ ਸੰਤੋਖ ਸਿੰਘ ਜੀ ਨੇ ਸੋਹਣੀ ਕਾਵਿ ਰਚਨਾ ਵਿੱਚ ਕੀਤਾ ਹੈ, ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਕਾਫੀ ਸਮੇਂ ਤੋਂ ਮੁੱਢ ਤੋਂ ਹੀ ਸਰਵਣ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ
ਉਹ ਸ਼ਿਵਨਾਵ ਰਾਜੇ ਦੇ ਦੇਸ਼ ਵਿੱਚ ਸਿੰਗਲਾਦੀਪ ਵਿੱਚ ਚਲੇ ਗਏ। ਬਾਹਰ ਇਹਦਾ ਸੁੱਕਾ ਪਿਆ ਬਾਗ ਸੀ, ਉਹਦੇ ਵਿੱਚ ਜਾ ਬੈਠੇ ਹਨ। ਹਰਾ ਦੇ ਬੈਠਣ ਕਰਕੇ ਐਸੀ ਕਲਾ ਵਰਤੀ, ਹਰਾ ਭਰਾ ਆ ਗਿਆ, ਪੱਤੇ ਲੈ ਲਹਾਨ ਵਰੇ, ਫਲਾਂ ਫੁੱਲਾਂ ਕਰਕੇ ਅਨਪੂਰਤ ਹੋ ਗਿਆ। ਬਾਗਵਾਨ ਦੇਖ ਕੇ ਖੁਸ਼ ਹੋਇਆ ਹੈ। ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਰਾਜੇ ਸ਼ਿਵਨਾਵ ਨੂੰ ਜਾ ਕੇ ਦੱਸਿਆ ਵੀ ਬਾਹਰ ਪੂਰਨ ਮਹਾਤਮਾ ਆਏ, ਦੋਨਾਂ ਦੇ ਨਾਲ ਸੇਵਕ ਹੈ, ਬਾਗ ਵਿੱਚ ਬੈਠੇ, ਉਹ ਹਰਾ ਭਰਾ ਹੋਇਆ ਸ਼ਾਇਦ ਕਿ ਗੁਰੂ ਨਾਨਕ ਸਾਹਿਬ ਜੀ ਨਾ ਹੋਣ ਜਿਨ੍ਹਾਂ ਨੂੰ ਤੂੰ ਯਾਦ ਕਰ ਰਿਹਾ ਹੈ। ਫਿਰ ਪਰਸ਼ੁਰਾਮ ਜਿਹੜਾ ਵਜ਼ੀਰ ਹੈ, ਇਸਨੂੰ ਇਹ ਪ੍ਰੀਖਿਆ ਕਰਨ ਵਾਸਤੇ ਭੇਜਿਆ ਹੈ ਵੀ ਤੂੰ ਪਰਖ ਕੇ ਆ। ਇਹ ਪਹਿਲਾਂ ਤਾਂ ਤਰ੍ਹਾਂ ਤਰ੍ਹਾਂ ਦੇ ਭੋਜਨ ਲੈ ਗਿਆ ਹੈ ਵੀ ਮਹਾਰਾਜ ਛਕੋ। ਮਹਾਰਾਜ ਨੇ ਕਹਿੰਦੇ ਇਹ ਰਸਕਸ ਜਿਹੜੇ ਐਵੇਂ ਹੀ ਹੈ, ਇਹ ਜਿੰਨੇ ਵਿਉ ਫਲ ਹੈ ਸਾਰੇ ਇਹਨਾਂ ਨੂੰ ਮਿੱਠੇ ਜਾਣ ਕੇ ਮਨੁੱਖ ਚੱਖੀ ਜਾਂਦਾ ਹੈ। ਫਿਰ ਹੀ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਉਹ ਲਾਭ ਹੈ, ਦੁਖੀ ਨਿਕਲਦਾ ਹੈ। ਜਦੋਂ ਇਹਨਾਂ ਵਿੱਚ ਖਚਰ ਫਸ ਕੇ ਬਹੁਤੇ ਕਈ ਰੋਗੀ ਸੋਕੀ ਹੋਈ ਦੁਖੀ ਹੋਈ ਜਾਂਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰਕੇ ਰੱਖ ਲਏ, ਉਹ ਇਹਨਾਂ ਰਸਾਂ ਕਸਾਂ ਤੋਂ ਉੱਠ ਕੇ ਮਹਾਨ ਜਿਹੜਾ ਨਾਮ ਰਸਾਂ ਨੂੰ ਚੱਖਦੇ ਹੈ ਤੇ ਸਦਾ ਸੁਖੀ ਰਹਿੰਦੇ ਹੈ। ਫਿਰ ਪਰਸ਼ੁਰਾਮ ਨੇ ਕਿਹਾ ਵੀ ਇਹ ਸ਼ਿਵਨਾਵ ਉਹ ਭੋਜਨ ਨਹੀਂ ਛਕਦੇ ਹਨ। ਫਿਰ ਕਹਿਣ ਲੱਗਾ ਵੀ ਤੂੰ ਕੋਈ ਵਸਤਰ ਗਹਿਣੇ ਵਗੈਰਾ ਲੈ ਜਾ, ਇਹ ਸ਼ਾਇਦ ਉਹੀ ਪਹਿਨ ਲੈਣ। ਫਿਰ ਇਸ ਤਰ੍ਹਾਂ ਇਹ ਵਸਤਰ ਗਹਿਣੇ ਆਦਿਕ ਲੈ ਗਏ ਵੀ ਆ ਮਹਾਰਾਜ ਪਹਿਨੋ ਵਸਤਰ ਤੇ ਗਹਿਣੇ ਪਾਓ ਜੋ ਇਹ ਰਾਜੇ ਨੇ ਭੇਜੇ। ਗੁਰੂ ਮਹਾਰਾਜ ਨੇ ਇਹਨਾਂ ਤੋਂ ਵੀ ਉਹ ਜਨਾ ਦਿੱਤਾ ਵੀ ਅਸੀਂ ਕੁਛ ਇਹਨਾਂ ਬਾਹਰਲੇ ਕੱਪੜਿਆਂ ਨੂੰ ਪਹਿਨਣ ਵਾਲੇ ਗਹਿਣਿਆਂ ਨੂੰ ਪਾਉਣ ਵਾਲੇ ਨਹੀਂ ਹੈ। ਅਸਲ ਰੂਪ ਦੇ ਵਿੱਚ ਜਿਹੜਾ ਸ਼ੁੱਧ ਮਨ ਹੈ ਮੋਤੀ ਵਰਗਾ ਇਹ ਗਹਿਣਾ ਹੋਵੇ, ਜਿਹੜਾ ਪਾਉਣਾ ਸਵਾਸ ਸਿਮਰਨ ਕਰਨਾ ਇਹ ਸੂਰਤ ਧਾਰਿਆ ਹੋਏ ਵਿੱਚ ਪਾਇਆ ਹੋਵੇ, ਇਹ ਗਹਿਣਾ ਵਿੱਚ ਪਰੋਤਾ ਹੋਵੇ ਸੂਤ ਵਿੱਚ, ਜਿਹੜਾ ਖਿਮਾ ਸਾਰਨ ਸ਼ਕਤੀ ਹੈ ਸ਼ਿੰਗਾਰ ਕਰਨਾ, ਜਿਹੜਾ ਸੁਰੂ ਕਾਮਣੀ ਬੁੱਧੀ ਰੂਪੀ ਕਾਮਣੀ ਨੇ ਇਹੋ ਜਿਹਾ ਗਹਿਣਾ ਪਰੇ। ਫਿਰ ਪਿਆਰੀ ਬੁੱਧੀ ਨੂੰ ਉਹ ਲਾਲ ਪਿਆਰਾ ਵਾਹਿਗੁਰੂ ਆਪਣਾ ਪ੍ਰਾਪਤੀ ਦਾ ਆਨੰਦ ਮੋਕਸ਼ਨ ਨੂੰ ਰਾਵਦਾ ਹੈ। ਇਹ ਵਾਹਿਗੁਰੂ ਤੇਰੇ ਵਿੱਚ ਬਹੁਤੇ ਕੰਮ ਗੁਣ ਹਨ, ਤੇਰੀ ਬੁੱਧੀ ਰੂਪੀ ਜਿਹੜੀ ਕਾਮਣੀ ਹੈ ਤੇਰੇ ਗੁਣਾਂ ਨੂੰ ਦੇਖ ਕੇ ਮੋਹਤ ਹੋ ਗਈ, ਲੋਟੀ ਹੋ ਗਈ ਹੈ। ਤੇਰੇ ਵਰਗੇ ਜਿਹੜੇ ਗੁਣ ਹੈ ਇਹ ਵਾਹਿਗੁਰੂ ਤੇਰੇ ਹੋਰ ਕਿਸੇ ਵਿੱਚ ਨਹੀਂ ਹੋ ਸਕਦੇ ਹੈ। ਜਿਹੜਾ ਹਰ ਹਰ ਕਰਨਾ ਇਹੀ ਗਲੇ ਵਿੱਚ ਲੈ ਕੇ ਹਾਰ ਪਹਿਰਨਾ ਹੈ, ਜਿਹੜਾ ਦਮੋਦਰ ਨਾਮ ਜਪਣਾ ਇਹੀ ਦੰਦਾਸਾ ਬਣਨਾ ਹੈ। ਕਰਤਾ ਕਰਨਾ ਇਹੀ ਕੰਗਣਾ ਸੋਨੇ ਦਾ ਕੜੇ ਹੱਥ ਵਿੱਚ ਪਹਿਨਣਾ ਪਾਉਣਾ ਹੈ। ਇਸ ਤਰ੍ਹਾਂ ਕਹਿੰਦੇ ਚਿੱਤ ਉਹਦੇ ਵਿੱਚ ਲਾ ਕੇ ਰੱਖਣਾ ਹੈ। ਜਿਹੜਾ ਮਰਸੂਦ ਨਾਮ ਜਪਣਾ ਹੈ, ਹੱਥ ਵਿੱਚ ਮੁੰਦਰੀ ਛਾਪ ਪਹਿਰਨੀ ਹੈ। ਪਰਮੇਸ਼ਰ ਨਾਮ ਜਪਣਾ ਹੈ, ਰੇਸ਼ਮੀ ਬਸਤਰ ਪਸ਼ਮੀਨੇ ਦੇ ਪਹਿਨਣੇ ਹਨ। ਜਿਹੜੀ ਧੀਰ ਧਾਰਨੀ ਇਹੀ ਤੇਰੀ ਮੀਡੀਆਂ ਬਣਾਉਣੀਆਂ ਹਨ। ਕਾਮਣ ਨੇ ਸ੍ਰੀ ਰੰਗ ਦਾ ਜਿਹੜਾ ਨਾਮ ਹੈ ਇਹ ਮਨਵਰ ਨੇਤਰਾਂ ਵਿੱਚ ਸਰਮਾ ਦੇਣਾ ਹੈ। ਮਨ ਰੂਪੀ ਜਿਹੜਾ ਮਕਾਨ ਹੈ ਇਹਦੇ ਵਿੱਚ ਗਿਆਨ ਰੂਪੀ ਦੀਵਾ ਜਾਲੇ, ਗੁਰੂ ਦਾ ਉਪਦੇਸ਼ ਦੀ ਜੀਵਾ ਜਲਾਵੇ। ਜਿਹੜੀ ਇਹ ਕਾਇਆ ਹੈ ਇਹਨੂੰ ਸੇਜਾ ਬਣਾਏ। ਫਿਰ ਗਿਆਨ ਦਾ ਰਾਜਾ ਜਦੋਂ ਅੰਤःਕਰਨ ਰੂਪੀ ਸੇਜਾ ਤੇ ਆਉਂਦਾ ਹੈ, ਆਪ ਦੀ ਪ੍ਰਾਪਤੀ ਬਖਸ਼ਣ ਰੂਪ ਜਿਹੜਾ ਹੈ ਆਨੰਦ ਬਖਸ਼ਣਾ ਕਰਦਾ, ਇਹ ਸੰਬੰਧ ਕਰਦਾ ਹੈ। ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕਰਕੇ
ਗੁਰੂ ਮਹਾਰਾਜ ਨੇ ਜਿਹੜੇ ਕੋਈ ਕੱਪੜੇ ਹੈ ਔਰ ਗਹਿਣੇ ਉਹਨਾਂ ਤੋਂ ਵੀ ਜਨਾਤਾ ਵੀ ਇਸ ਵਿੱਚ ਰੁਚੀ ਨਹੀਂ ਰੱਖਦੇ ਹਨ। ਆਮ ਮਨੁੱਖ ਦਾ ਜਿਹੜਾ ਮਨ ਹੈ ਦੋ ਤਰ੍ਹਾਂ ਕਰਕੇ ਖਿੱਚਿਆ ਜਾਂਦਾ, ਉਹਦੀ ਪਰਖ ਮਨ ਦੀ ਵੀ ਕਿੱਥੇ ਖੜਾ ਹੈ, ਦੋ ਚੀਜ਼ਾਂ ਨਾਲ ਹੁੰਦੀ ਹੈ, ਜਾਂ ਜੜ ਜੀ ਮਾਇਆ ਜਾਣੀ ਸੋਨਾ ਗਹਿਣੇ ਵਸਤਰ ਆਦਿਕ, ਤੇ ਜਾਂ ਜਿਹੜੀ ਚੇਤਨ ਮਾਇਆ ਆਤਰੀ ਮਤ ਹੈ। ਫਿਰ ਤੀਸਰਾ ਇਸਨੇ ਇੱਕ ਵੀ ਉਹ ਪਦਵਣੀਆਂ ਭੇਜ ਦਿੱਤੀਆਂ ਪਰਖ ਕਰਨ ਲਈ, ਉਹ ਆ ਗਈਆਂ ਹਨ। ਫਿਰ ਮਹਾਰਾਜ ਨੇ ਉਹਨਾਂ ਨੇ ਵੀ ਕਹਿ ਦਿੱਤਾ, ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਪਨੋ ਸਚੂ ਸਵਾਰ। ਉਹਨਾਂ ਨੇ ਕਿਹਾ ਕਿ ਪਹਿਲਾਂ ਜਿੰਨੇ ਆਏ ਹੈ ਉਹ ਤਾਂ ਡਿੱਗ ਡੋਲ ਜਾਂਦੇ ਸੀ, ਗਿਰ ਜਾਂਦੇ ਸੀ, ਤੁਹਾਡਾ ਕਿਉਂ ਨਹੀਂ? ਕਹਿੰਦੇ ਸੰਸਾਰ ਸਕੂਏ ਵਾਂਗ ਅਜੀਬ ਬਣ ਰਿਹਾ, ਨਾਮ ਚੇਤੇ ਨਹੀਂ ਕਰਦਾ, ਨਾਮ ਭੁੱਲ ਕੇ ਵਿਸ਼ੇ ਰੂਪੀ ਜੋਗੇ ਨੂੰ ਦੇਖ ਕੇ ਡਿੱਗ ਪੈਂਦਾ, ਗਰਕ ਜਾਂਦਾ ਹੈ। ਇਹ ਵਿਸ਼ੇ ਲੋਕਾਂ ਦਾ ਜਿਹੜਾ ਮਨ ਹੈ ਅਨਿਤ ਪਦਾਰਥਾਂ ਦੀ ਚਿਤਵ ਨਹੀਂ ਕਰਦਾ, ਡੋਲਦਾ ਰਹਿੰਦਾ ਹੈ। ਸਾਡੀ ਤਾਂ ਝੂਠੇ ਪਦਾਰਥਾਂ ਨਾਲ ਜਿਹੜੀ ਪ੍ਰੀਤੀ ਟੁੱਟ ਗਈ ਹੈ ਸੰਸਾਰ ਵਿੱਚੋਂ। ਕਾਮ ਕ੍ਰੋਧ ਬਹੁਤੇ ਕਹਿੰਦੇ ਜ਼ਹਿਰ ਵੱਧ ਦੁਖਦਾਈ ਹੈ, ਪੱਥਰ ਵਰਗੇ ਭਾਰੇ ਹੈ। ਨਾਮ ਤੋਂ ਬਿਨਾਂ ਜਿਹੜੇ ਚਾਰ ਸੁੰਦਰ ਗੁਣ ਉਹ ਕੈਸੇ ਪ੍ਰਾਪਤ ਹੋ ਸਕਦੇ ਹੈ? ਸਰੀਰ ਰੂਪੀ ਜਿਹੜਾ ਘਰ ਹੈ ਪੰਜਾਂ ਤੱਤਾਂ ਰੂਪੀ ਰੇਤੇ ਦਾ ਬਣਿਆ ਹੋਇਆ, ਕਾਲ ਦੀ ਘੁੰਮਣ ਘੇਰੀ ਵਿੱਚ ਆਇਆ ਹੈ। ਜਿਵੇਂ ਬਾਰਿਸ਼ ਬਰਸ਼ੇ ਤੇ ਪਾਣੀ ਦੇ ਬੁਲਬੁਲੇ ਵੇਖੇ ਜਾਂਦੇ ਹੈ, ਪੈਦਾ ਹੋ ਜਾਂਦੇ, ਤੇ ਇਸੇ ਤਰ੍ਹਾਂ ਕਾਲ ਰੂਪੀ ਬਾਰਿਸ਼ ਜਦੋਂ ਹੁੰਦੀ ਹੈ, ਇਹ ਜੀਵਾ ਰੂਪੀ ਜਿਹੜੇ ਬੁਲਬੁਲੇ ਹੈ ਨਾ ਪਾਣੀ ਦੇ ਤੱਤਾਂ ਦੇ ਬਣੇ, ਇਹ ਨਾਸ ਹੁੰਦੇ ਦੇਖੇ ਜਾਂਦੇ ਹੈ। ਜਾਂ ਜਿਵੇਂ ਝੁਗਿਆਰ ਦੇ ਝੱਗ ਤੇ ਉਹ ਜਿਹੜੀ ਪਾਣੀ ਦੀ ਬੂੰਦ ਜੀ ਰੱਖਣੇ ਮਾਤਰ ਤੇ ਉਹ ਕਹਿੰਦੇ ਹੇਠਾਂ ਝਟਪਟ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਸੰਸਾਰ ਦਾ ਹਾਲ, ਜੀਵਾਂ ਦਾ ਹਾਲ ਹੈ। ਇਹ ਜੰਮਦੇ ਮੰਨਦੇ ਹੈ, ਸਾਰੀਆਂ ਦੇ ਵਿੱਚ ਉਹੀ ਜੋਤੀ ਸਰੂਪ ਹੈ, ਉਸੇ ਦੀ ਪ੍ਰਕਾਸ਼ ਹੈ, ਤੇ ਸਾਰੇ ਦੇ ਨਾਮ ਦੁਆਰਾ ਉਸੇ ਦੇ ਸੇਵਕ ਸਿੰਘ ਬਣ ਰਹੇ ਹੈ। ਸਾਡੇ ਸਿਰ ਤੇ ਤਾਂ ਜੋ ਗੁਰੂ ਮਹਾਰਾਜ ਸਿਰਮੌਣੀ ਹੈ, ਸਿਰਮੁਕਟ ਹੈ, ਸਭ ਦੇ ਉੱਪਰ ਹੈ। ਇਸ ਤਰ੍ਹਾਂ ਦੇ ਬਚਨ ਆਪ ਜੀ ਨੇ ਮੁਖਾਰ ਬਿੰਦ ਵਿੱਚੋਂ ਉਚਾਰਨ ਕਰਕੇ ਉਹਨਾਂ ਨੂੰ ਸ਼ਾਂਤੀ ਦੇ ਦਿੱਤੀ। ਫਿਰ ਜਾ ਕੇ ਰਾਜੇ ਕੋਲ ਇਹਨਾਂ ਨੇ ਉਸਤੀ ਕੀਤੀ ਵੀ ਇਹਨਾਂ ਵਰਗੇ ਤਾਂ ਕੋਈ ਹੋ ਨਹੀਂ, ਪਿੱਛੇ ਨਹੀਂ ਆਏ, ਇਹਨਾਂ ਨੇ ਤਾਂ ਸਾਨੂੰ ਉਪਦੇਸ਼ ਦੇ ਕੇ ਸ਼ਾਂਤ ਕਰ ਦਿੱਤਾ ਹੈ। ਜਿਹੜੇ ਸੰਸਾਰੀ ਪਦਾਰਥ ਵਿਸ਼ੇ ਭੋਗ ਗੰਦਗੀ ਦੇ ਨਹੀਂ ਸਾਨੂੰ ਪ੍ਰਤੀਤ ਹੋ ਰਹੇ ਹੈ, ਦਿਸ਼ਟਾਂ ਦੇ ਨਹੀਂ ਦਿਸ ਰਹੇ, ਨਫ਼ਰਤ ਆ ਰਹੀ ਹੈ। ਇਹ ਰਾਜਨ ਇਹਨਾਂ ਦੇ ਦਰਸ਼ਨ ਕਰਨੇ ਯੋਗ ਹੈ। ਜਿਸ ਤਰ੍ਹਾਂ ਇਹ ਨੰਗੇ ਪੈਰੀ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਚੱਲ ਕੇ ਆਇਆ, ਤੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਪੁੱਛ ਪੜਤਾਲ ਕੀਤੀ ਸ਼ਿਮਰਾਵ ਰਾਜੇ ਨੇ, ਉਹ ਪ੍ਰਸੰਗ ਆ ਰਿਹਾ ਹੈ। ਜੋ ਗੁਰੂ ਮਹਾਰਾਜ ਨੇ ਫਿਰ ਬਚਨ ਕਹੇ ਉਪਦੇਸ਼ ਮਈ, ਉਹ ਵੀ ਪ੍ਰਸੰਗ ਆ ਰਿਹਾ ਹੈ। ਆਪਾਂ ਮਨ ਚਿਤ ਲਾ ਕੇ ਸੁਣੀਏ ਜੀ। ਕੀਨ ਡੰਡਾਤ ਭੂਪ ਬਿਦ ਨੀਕੀ। ਜਦੋਂ ਇਹ ਨੰਗੇ ਪੈਰੀ ਮਹਾਰਾਜ ਦੇ ਚਰਨਾਂ ਵਿੱਚ ਆਇਆ ਹੈ, ਮਹਾਰਾਜ ਨੇ ਇਹਨੂੰ ਦੇਖ ਕੇ ਇਹਦੇ ਵੱਲ ਪਿੱਠ ਜੀ ਕਰ ਲਈ ਹੈ। ਇਹ ਭੋਰਾ ਮਾਤਰ ਹੀ ਮੂੰਹ ਮੋੜ ਕੇ ਇਹਦੇ ਵੱਲ ਤੱਕਿਆ ਹੀ ਨਹੀਂ ਹੈ, ਪਰ ਇਹਨੇ ਕਹਿੰਦੇ ਚੰਗੇ ਢੰਗ ਦੇ ਨਾਲ ਸਤਿਗੁਰੂ ਨੂੰ ਨਮਸਕਾਰ ਕੀਤੀ ਹੈ, ਡੰਡੇ ਵੱਲ ਸਿੱਧੀਆਂ ਪੈ ਕੇ। ਵਧੀ ਚਰਨ ਪਰ ਸ਼ਰਧਾ ਹੀ ਕੀ। ਇਸ ਤਰ੍ਹਾਂ ਵੀ ਮੈਨੂੰ ਦੇਖ ਕੇ ਮਹਾਰਾਜ ਕੋਈ ਖੁਸ਼ ਨਹੀਂ ਹੋਏ ਵੀ ਇਹ ਪਾਤਸ਼ਾਹ ਸਾਡੇ ਕੋਲ ਆਇਆ, ਨਹੀਂ ਤਾਂ ਕਿਸੇ ਕੋਲ ਚਲੇ ਜਾਓ ਭਜਾਈ ਫਿਰਦਾ, ਜਿਹੜਾ ਖੁਸ਼ ਹੁੰਦਾ ਹੈ। ਇੱਧਰ ਮਹਾਰਾਜ ਪਿੱਠ ਫੜ ਕੇ ਬਹਿ ਗਏ।
ਫਿਰ ਤਾਂ ਇਹਦੇ ਮਹਾਰਾਜ ਦੇ ਚਰਨਾਂ ਉੱਪਰ ਉਹਦੀ ਸ਼ਰਧਾ ਹਿਰਦੇ ਦੀ ਬਹੁਤੀ ਵੱਧ ਗਈ ਹੈ। ਮਹਾਨ ਹਨ ਬੰਦ ਹਾਥ ਹੋਇਓ ਪੁਨ ਠਾਂਡਾ। ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਫਿਰ ਖੜਾ ਹੋ ਗਿਆ ਰਾਜਾ। ਡੋਲਿਓ ਹਿਰਦੈ ਨ ਨਿਸਚਾ ਗਾਡਾ। ਮਹਾਰਾਜ ਨੇ ਇਹਦੇ ਵੇਲੇ ਪਿੱਠ ਜੀ ਕਰ ਲਈ, ਝਾਕੇ ਨਹੀਂ ਹੈ, ਫਿਰ ਵੀ ਇਹ ਹਿਰਦੇ ਕਰਕੇ ਡੋਲਿਆ ਨਹੀਂ ਹੈ। ਇਹਦਾ ਉਸੇ ਤਰ੍ਹਾਂ ਤਕੜਾ ਨਿਹਚਾ ਭਰੋਸਾ ਬਣਿਆ ਰਿਹਾ ਸਤਿਗੁਰਾਂ ਤੇ। ਸ੍ਰੀ ਗੁਰਮੁਖ ਤੇ ਤੂਸ਼ਨ ਠਾਨੀ। ਇਹ ਗੁਰੂ ਮਹਾਰਾਜ ਨੇ ਪਿੱਠ ਜੀ ਕਰਕੇ ਮੂੰਹ ਤੋਂ ਵੀ ਚੱਪੀ ਕਰ ਲਈ ਹੈ, ਕੋਈ ਜੀਆ ਨਹੀਂ ਕਿਹਾ ਇਸ ਨੂੰ। ਕਛ ਨ ਭੂਪ ਸੰਗ ਬੋਲੇ ਬਾਨੀ। ਜਿਹੜਾ ਰਾਜਾ ਇਹਦੇ ਨਾਲ ਕੋਈ ਬਚਨ ਬਾਣੀ ਨਹੀਂ ਬੋਲੇ ਆਪ ਜੀ। ਜਬ ਇਉ ਬੀਤੇ ਜਾਮ ਅਡਾਹੀ। ਇਸ ਵੇਲੇ ਇਹਨੂੰ ਖੜਿਆ ਹੋਇਆ ਖੜੋਤਿਆ ਹੋਇਆ 2.5 ਪੈਰ ਬੀਤ ਗਏ ਹਨ। ਡੁੱਲਿਓ ਨ ਸੋਏ ਰਹਿਓ ਥਿਰ ਥਾਈ। ਜਿਹੜਾ ਰਾਜਾ ਕਹਿੰਦੇ ਡਾਵਾਂ ਡਾਲ ਨਹੀਂ ਹੋਇਆ, ਉਸੇ ਥਾਂ ਤੇ ਇਸਤਰ ਉਸੇ ਤਰ੍ਹਾਂ ਖੜਾ ਰਿਹਾ ਹੱਥ ਜੋੜ ਕੇ। ਤਬ ਬੋਲੇ ਸ੍ਰੀ ਗੁਰੂ ਮੁਕੰਦਾ। 2.5 ਪੈਰਾਂ ਤੋਂ ਬਾਅਦ ਫਿਰ ਜੋ ਮੁਕਤੀ ਦਾਤਾ ਸਤਿਗੁਰੂ ਇਹ ਰਾਜੇ ਤਾਈਂ ਬੋਲੇ ਹਨ। ਹੇ ਭੂਪਤ ਤੁਝ ਕੁਸ਼ਲ ਆਨੰਦਾ। ਵੇ ਸ਼ਿਵਰਾਜ ਰਾਜੇ ਤੂੰ ਖੁਸ਼ ਆਨੰਦ ਹੈ, ਰਾਜੀ ਖੁਸ਼ ਹੈ, ਰਾਜੀ ਖੁਸ਼ ਸੁਖ ਆਨੰਦ ਹੈ। ਕਹੋ ਆਪਣੀ ਮਨ ਅਬਿਲਾਖਾ। ਕਿਵੇਂ ਤੂੰ ਵੀ ਚੱਲ ਕੇ ਆਇਆ, ਆਪਣੇ ਮਨ ਦੀ ਜਿਹੜੀ ਅਬਿਲਾਖਾ ਖਾਸ਼ ਉਹ ਵੀ ਦੱਸ। ਖਰੋ ਹੋਨ ਜਾਂਤੇ ਪ੍ਰਣ ਰਾਖਾ। ਜਿਸ ਕਰਕੇ ਤੂੰ ਵੀ ਆ 2.5 ਪੈਰ ਤੱਕ ਖੜੇ ਹੋਣ ਦਾ ਪੂਰਾ ਹੀ ਪਰਨ ਰੱਖਿਆ, ਖੜੋਤਾ ਹੀ ਰਿਹਾ ਹੈ। ਦੋਹਰਾ ਬੇਦੀ ਖਤਰੀ ਜਾਤ ਜੋ। ਹਾਂ, ਉਸ ਵੇਲੇ ਜਿਹੜਾ ਇਹ ਸ਼ਿਵਨਾਵ ਰਾਜਾ ਨੇ ਸੋਚਿਆ ਵੀ ਮਨਸੁਖ ਸ਼ਾਹੂਕਾਰ ਨੇ ਇਹਨਾਂ ਦੇ ਸੰਬੰਧ ਵਿੱਚ ਦੱਸਿਆ ਸੀ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਾਤ ਖੱਤਰੀ ਹੈ ਤੇ ਉਹ ਬੇਦੀਆਂ ਦੀ ਬੰਸ ਵਿੱਚੋਂ ਹਨ। ਨਾਨਕ ਨਾਮ ਅਨੂਪ। ਨਾਨਕ ਸਾਹਿਬ ਨਾਮ ਉਹਨਾਂ ਦਾ ਬੜਾ ਅਨੂਪਮ ਹੀ ਅਨੋਖਾ ਹੀ। ਮਨ ਸੁਖ ਕੋ ਬੂਝਣ ਕਰੀ। ਸਾਰੀ ਜਿਹੜੀ ਗੱਲਬਾਤ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਮਨਸੁਖ ਸ਼ਾਹੂਕਾਰ ਤੋਂ ਇਹਨੇ ਪਹਿਲਾਂ ਹੀ ਪੁੱਛ ਲੈਣਾ ਕੀਤੀ ਸੀ। ਲਿਖ ਲੀਨੀ ਤਬ ਭੂਪ। ਉਸੇ ਵੇਲੇ ਸ਼ਿਵਨਾਵ ਰਾਜੇ ਨੇ ਸਾਰੀ ਗੱਲਬਾਤ ਲਿਖ ਲੈਣਾ ਕੀਤੀ ਸੀ ਆਪਣੇ ਕੋਲ। ਚੌਪਈ ਤਿੰਨ ਬੂਝਣ ਕੇ ਹੇਤ ਭਵਾਲਾ। ਉਸ ਵੀ ਇਹਨਾਂ ਦੀ ਜਾਤ ਕੀ, ਇਹਨਾਂ ਦਾ ਨਾਂ ਕੀ ਹੈ, ਉਹ ਸਾਰਾ ਕੁਛ ਰਾਜੇ ਨੇ ਪੁੱਛਣ ਵਾਸਤੇ। ਬੋਲਿਓ ਸੁਨਹੁ ਸੰਤ ਕਿਰਪਾਲਾ। ਆਪਣੇ ਮੁਖ ਤੋਂ ਬੋਲਿਆ, ਹੈ ਦਿਆਲੂ ਕਿਰਪਾਲੂ ਸੰਤੋ ਮੇਰੇ ਪਾਸੋਂ ਸੁਣੋ ਜੀ। ਆਪਣੋ ਨਾਮ ਜਾਤ ਮੁਝ ਤਾਈ। ਦਿਆਲੂ ਕਿਰਪਾਲੂ ਸੰਤੋ ਆਪਣਾ ਜਿਹੜਾ ਨਾਮ ਵੀ ਮੈਨੂੰ ਦੱਸ ਦਿਓ ਵੀ ਕੀ ਨਾਮ ਹੈ ਤੇ ਤੁਹਾਡੀ ਜਾਤ ਕੀ ਹੈ ਇਹ ਵੀ ਦੱਸੋ ਜੀ। ਨਿਜ ਕਾਰ ਕਰੁਣਾ ਦੇਹੁ ਸੁਨਾਈ। ਆਪਣੀ ਜਿਹੜੀ ਕਿਰਪਾ ਕਰਕੇ ਮੈਨੂੰ ਸੁਣਾ ਦਿਓ ਵੀ ਤੁਹਾਡਾ ਨਾਮ ਕੀ ਹੈ, ਤੁਹਾਡੀ ਜਾਤ ਕੀ ਹੈ। ਮਨ ਅਬਿਲਾਖ ਕਹੋ ਸਭ ਪਾਛੇ। ਕਿਉਂਕਿ ਜਦੋਂ ਤੁਸੀਂ ਮਾਰਾ ਆਪਣਾ ਨਾਮ ਦੱਸ ਦਿਓਗੇ, ਆਪਣੀ ਜਾਤ ਪਾਤ ਦੱਸ ਦਿਓਗੇ, ਉਸ ਤੋਂ ਬਾਅਦ ਮੈਂ ਆਪਣੀ ਮਨ ਦੀ ਜਿਹੜੀ ਅਵਲਖ ਹੈ ਜੋ ਖਾਸ਼ ਲੈ ਕੇ ਆਇਆ ਉਹ ਕਹਾਂਗਾ ਤੁਹਾਨੂੰ। ਜਬ ਮੈਂ ਜਾਣ ਲਿਓ ਵਿਦ ਆਛੇ। ਮੇਰਾ ਚੰਗੀ ਤਰ੍ਹਾਂ ਆਪ ਜੀ ਦੇ ਸੰਬੰਧ ਵਿੱਚ ਮੈਂ ਜਾਣ ਲਵਾਂਗਾ। ਸੁਨ ਕਰ ਸ੍ਰੀ ਨਾਨਕ ਜਗ ਸਾਈ। ਉਸ ਵੇਲੇ ਸ਼ਿਵਨਾਵ ਰਾਜੇ ਤੋਂ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਸੁਣ ਕੇ ਵੀ ਇਹ ਜਾਤ ਪੁੱਛਦਾ ਹੈ, ਨਾਮ ਪੁੱਛਦਾ ਹੈ। ਸ੍ਰੀ ਮੁਖ ਸੋ ਸ਼ੁਭ ਗੇਰਾ ਅਲਾਈ। ਉਸ ਵੇਲੇ ਸੁਹਾਏ ਮਨਮੁਖ ਤੋਂ ਇਸ ਤਰ੍ਹਾਂ ਸੋਹਣੀ ਜਿਹੜੀ ਬਾਣੀ ਹੈ ਆਪ ਜੀ ਨੇ ਉਚਾਰਨ ਕੀਤੀ ਹੈ। ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ। ਜੋਗੀ ਜੁਗਤ ਨਾਮ ਨਿਰਮਾਇਲ। ਇਹ ਜਾਣੀ ਪੰਕਤੀਆਂ ਜਿਹੜੀਆਂ ਰਹਾਉ ਦੀਆਂ ਪਹਿਲਾਂ ਪੜ੍ਹਨੀਆਂ ਹਨ ਵੀ ਉਹ ਕੀਰਤਨ ਦੇ ਵਿੱਚ ਇਹੀ ਹੁੰਦਾ ਨਾ ਵੀ ਰਹਾਉ ਦੀਆਂ ਪੰਕਤੀਆਂ ਤੋਂ ਕੀਰਤਨ ਸ਼ੁਰੂ ਕਰੀ ਜਾਏ। ਵੀ ਮਹਾਰਾਜ ਨੇ ਵੀ ਇਹੀ ਫਿਰ ਉਹ ਕਿਹਾ, ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ। ਇਹ ਜਗਤ ਦੇ ਮਾਲਕ ਤੇਰਾ ਨਾਮ ਕੀ ਹੈ ਤੇ ਤੇਰੀ ਕਿਸ ਤਰ੍ਹਾਂ ਦੀ ਕੋਈ ਜਾਤ ਪਾਤ ਹੈ।
ਆਹ ਹੈ ਪਰਮੇਸ਼ਰ, ਨਾਮ ਤੇਰਾ ਕੋਈ ਖਾਸ ਨਾਮ ਹੈ, ਨਾ ਕੋਈ ਤੇਰੀ ਜਾਤ ਬਰਾਬਰੀ ਹੈ। ਤੂੰ ਜਾਤਾਂ ਪਾਤਾਂ ਤੋਂ ਰਹਿਤ ਹੈ, ਜਾਤ ਪੀਤਰ ਮਹਿਲ ਭਰਾਵੇਂ। ਜਦੋਂ ਤੂੰ ਮਹਾਰਾ ਆਪਣੇ ਸਰੂਪ ਦੇ ਵਿੱਚ ਬੁਲਾ ਲਵੇਂ, ਪੁੱਛੋ ਬਾਤ ਨਿਰੰਤੀ। ਫਿਰ ਮਹਾਰਾ ਇੱਕ ਰਾਸ ਪੜ੍ਹਤੇ ਤੋਂ ਰਹਿਤ ਆਪ ਜੀ ਦੇ ਕੋਲੋਂ, ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਗੱਲਬਾਤ ਹੈ, ਭੇਟਤਾ ਦੀ ਗੱਲ ਹੈ, ਮੈਂ ਪੁੱਛਣਾ ਕਰਾਂ। ਇਸ ਤਰ੍ਹਾਂ ਇਹ ਜਾਣੀ ਜਿਹੜਾ ਜਾਤ ਪਾਤ ਪੁੱਛਿਆ, ਉਹਦੇ ਉੱਤਰ ਵਿੱਚ ਇਹ ਜਿਹੜੀ ਰਹਾਉ ਦੀ ਪੰਕਤੀਆਂ ਦੀ ਤੁਕਾਂ ਹੈ, ਉਹਦੇ ਅਰਥ ਕਰਨੇ ਹਨ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਵੀ ਕੀ ਦਸੀਏ ਪਰਮੇਸ਼ਰ ਦਾ ਨਾਮ ਕੀ ਹੈ, ਜਾਤ ਕੀ ਹੈ। ਅਸੀਂ ਪਰਮੇਸ਼ਰ ਹਾਂ, ਇਸ ਕਰਕੇ ਸਾਡੀ ਜਾਤ ਪਾਤ ਕੀ ਹੋਣੀ ਹੈ। ਹਾਂਜੀ, ਜੋਗੀ ਜੁਗ ਨਹੀਂ ਉਹ ਸਮਝ ਪੂ ਕੁਛ ਹੋਰ ਆ ਜਾਂਦੇ ਪੜਾ। ਸਮਝ ਭੂਪ ਕਛ ਔਰ ਰੀਤੀ। ਜਿਹੜਾ ਰਾਜਾ ਕਿਸੇ ਹੋਰ ਰੀਤੀ ਵਿੱਚ ਹੀ ਸਮਝ ਗਿਆ ਵੀ ਮਹਾਰਾਜ ਨੇ ਸਪਸ਼ਟ ਨਹੀਂ ਨਾ ਲਿਆ, ਨਾ ਜਾਤ ਦਸੀ ਹੈ। ਬੋਲਿਓ ਬਾਹਰ ਬੂਝਨੇ ਪ੍ਰੀਤੀ। ਫਿਰ ਕਹਿੰਦੇ ਪ੍ਰੀਤੀ ਕਰਕੇ ਪੁੱਛਣ ਵਾਸਤੇ ਦੁਬਾਰਾ ਇਹ ਬੋਲਿਆ ਹੈ। ਜੋਗੀ ਰੂਪ ਆਪ ਕੋ ਹੈ। ਮਹਾਰਾਜ ਸੰਤੋ ਆਪ ਜੀ ਦਾ ਜੋਗੀਆਂ ਵਾਲਾ ਸਰੂਪ ਹੈ। ਆਪ ਜੋਗੀ ਹੋ, ਜੋਗ ਕਰਨ ਵਾਲੇ ਹੋ। ਅਸ ਸੁਨ ਕਰ ਅਸ ਸੁਨ ਪੁਨ ਸ੍ਰੀ ਨਾਨਕ ਕਹੈ। ਇਸ ਤਰ੍ਹਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੁਣ ਮੁੜ ਤੋਂ ਪਹਿਲੀ ਪੰਕਤੀ ਪੜੋ ਜੀ। ਜੋਗੀ ਜੁਗਤ ਨਾਮ ਨਿਰਮਾਇਲ। ਇਸ ਤਰ੍ਹਾਂ ਜਾਨੀ ਇਹ ਪ੍ਰਕਰਨ ਅਨੁਸਾਰ ਸਹੀ ਬਣਦਾ। ਕਈ ਵਾਰੀ ਜਿਹੜਾ ਕੋਈ ਸੰਪਰਦਾ ਵਿੱਚੋਂ ਨਹੀਂ ਨਾ ਪੜਦਾ, ਫਿਰ ਉਹ ਕਹਿੰਦਾ ਵੀ ਇਹਦੇ ਉੱਤਰ ਤਾਂ ਸਹੀ ਆਉਂਦੇ ਨਹੀਂ ਹੈ, ਉਹ ਇਸ ਰੂਪ ਦੇ ਵਿੱਚ ਸਹੀ ਲੱਗ ਜਾਂਦਾ। ਫਿਰ ਮਹਾਰਾਜ ਕਹਿੰਦੇ ਵੀ ਜੋਗੀ ਜੁਗਤ ਨਾਮ ਨਿਰਮੈਲ। ਸਾਡੇ ਖਿਆਲਾਂ ਅਨੁਸਾਰ ਤਾਂ ਰਾਜਨ ਉਹ ਜੋਗੀ ਹੁੰਦਾ ਹੈ, ਜੁਗਤ ਨਾਮ ਜਿਹੜਾ ਨਿਰਮੈਲ ਨਾਮ ਦੇ ਵਿੱਚ, ਨਿਰਮਲ ਨਾਮ ਦੇ ਵਿੱਚ ਜੁੜਿਆ ਹੁੰਦਾ ਹੈ। ਆਹ ਜਿਹੜੇ ਕੰਨ ਜੇ ਪਾੜ ਕੇ ਮੁੰਦਰਾਂ ਪਾ ਲਈਆਂ, ਸਿੰਗੀ ਜੀ ਲੈ ਲਈ, ਸ਼ੰਖ ਜਾ ਵਜਾ ਲਿਆ, ਝੋਲੀ ਜੀ ਲੈ ਲਈ ਤੇ ਬੀਨ ਜੀ ਬਣਾ ਲਈ, ਕਹਿੰਦੇ ਇਸ ਤਰ੍ਹਾਂ ਦਾ ਜੋਗੀ ਨਹੀਂ ਅਸੀਂ। ਜਿਹੜਾ ਕੋਈ ਪਰਮੇਸ਼ਰ ਦੇ ਉਜਲ ਨਾਮ ਵਿੱਚ ਜੁੜਿਆ ਹੁੰਦਾ, ਸਾਡੇ ਖਿਆਲਾਂ ਅਨੁਸਾਰ ਉਹ ਜੋਗੀ ਹੁੰਦਾ ਹੈ। ਤਾਕੈ ਮੈਲ ਨ ਰਾਤੀ। ਕਹਿੰਦੇ ਉਹਦੇ ਮਨ ਦੇ ਅੰਦਰ ਅੰਤःਕਰਣ ਦੇ ਵਿੱਚ ਬਹੁਤੀ ਤਾਂ ਕੀ ਹੈ, ਰੱਤੀ ਜੰਨੀ ਵੀ ਰਾਗ ਦਵੈਸ਼ ਰੂ ਮੈਲ ਨਹੀਂ ਹੁੰਦੀ ਹੈ, ਪਾਪਾਂ ਰੂਪ ਮੈਲ ਨਹੀਂ ਹੁੰਦੀ ਹੈ। ਪ੍ਰੀਤਮ ਨਾਥ ਸਦਾ ਸੱਚ ਸੰਗੇ। ਤਾਂ ਜਿਹੜਾ ਸੱਚ ਸੱਚਾ, ਸੱਚ ਨਾਥ ਪ੍ਰੀਤਮ ਸੱਚਾ ਮਾਲਕ ਪਿਆਰਾ ਹੈ, ਸਦਾ ਸੰਗੇ ਉਹਦੇ ਨਾਲ ਸੰਗੇ ਸਾਥ ਰਹਿੰਦਾ, ਸਦਾ ਅੰਗ ਸੰਗ ਜਾਣਦਾ ਉਸ ਨੂੰ। ਜਨਮ ਮਰਨ ਗਤ ਬੀਤੀ। ਉਹ ਐਸੇ ਜੋਗੀ ਦੀ ਕਹਿੰਦੇ ਜਿਹੜੀ ਜਨਮ ਮਰਨ ਦੀ ਗਤ ਕੀ ਰੀਤੀ ਹੈ, ਉਹ ਬੀਤ ਗਈ ਹੈ, ਉਹਦਾ ਜਨਮ ਮਰਨ ਖਤਮ ਹੋ ਜਾਂਦਾ। ਐਸੇ ਜੋਗਾ ਅਭਿਆਸੀ ਦਾ, ਜੋਗੀ ਦਾ। ਚੌਪਈ ਅਸ ਸੁਨ ਬੋਲਿਓ ਬਹੁਰ ਰਜਾਨਾ। ਇਸ ਤਰ੍ਹਾਂ ਸੁਣ ਕੇ ਰਾਜਾ ਫੇਰ ਬੋਲਿਆ ਸਤਿਗੁਰਾਂ ਨੂੰ। ਸਮਝਤ ਕਛੂ ਆਨ ਤੇ ਆਨਾ। ਕਿਉਂਕਿ ਜਿਹੜਾ ਰਾਜਾ ਹੈ, ਜਿਹੜਾ ਕੁਝ ਹੋਰ ਤੋਂ ਹੋਰ ਹੀ ਸਮਝ ਜਾਂਦਾ ਹੈ। ਜੇ ਬ੍ਰਾਹਮਣ ਹੈ ਤੁਮਰੀ ਜਾਤੀ। ਕਿਉਂਕਿ ਮਹਾਰਾਜ ਨੇ ਸਪਸ਼ਟ ਨਹੀਂ ਨਾ ਕਿਹਾ ਵੀ ਹਾਂ ਅਸੀਂ ਜੋਗ ਅਭਿਆਸੀ ਜੋਗੀ ਹੈ। ਉਹਨੇ ਕਹਿ ਦਿੱਤਾ ਵੀ ਜਿਹੜਾ ਉਹ ਜਨ ਨਾਮ ਵਿੱਚ ਜੁੜਿਆ ਹੁੰਦਾ ਉਹ ਜੋਗੀ ਹੁੰਦਾ, ਤੇ ਉਹਦੇ ਅੰਦਰ ਰਾਗ ਦਵੈਸ਼ ਦੀ ਪਾਪਾਂ ਦੀ ਰੱਤੀ ਜਿੰਨੀ ਮੈਲ ਨਹੀਂ ਹੁੰਦੀ ਹੈ। ਉਹ ਬਾਹਰਲੇ ਜੋਗੀਆਂ ਵਾਲਾ ਭੇਸ ਨਹੀਂ ਵੀ ਦੱਸਿਆ ਵੀ ਅਸੀਂ ਇਹ ਜੋਗੀ ਹਾਂ। ਇਸ ਕਰਕੇ ਫਿਰ ਕਹਿਣ ਲੱਗਾ, ਮਹਾਰਾਜ ਜੇ ਕਰਕੇ ਤੁਹਾਡੀ ਬ੍ਰਾਹਮਣ ਜਾਤ, ਭਾਵ ਜੇ ਤੁਸੀਂ ਬ੍ਰਾਹਮਣ ਹੋ, ਕਰੁਣਾ ਕਰ ਕਹੀਏ ਬਖਿਆਤੀ। ਕਿਰਪਾ ਕਰਕੇ ਮਹਾਰਾਜ ਪ੍ਰਗਟੀ ਦੱਸੀਏ ਵੀ ਅਸੀਂ ਬ੍ਰਾਹਮਣ ਹਾਂ, ਸਾਡੀ ਜਾਤ ਬ੍ਰਾਹਮਣ ਹੈ, ਅਸੀਂ ਗੌੜ ਬ੍ਰਾਹਮਣ ਹਾਂ ਜਾਂ ਸਾਰਸਤ ਬ੍ਰਾਹਮਣ ਹਾਂ ਜਾਂ ਭਾਰਗਵ ਹਾਂ। ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ। ਮਹਾਰਾਜ ਕਹਿੰਦੇ ਵੀ ਸਾਡੇ ਖਿਆਲ ਅਨੁਸਾਰ ਤਾਂ ਉਹ ਬ੍ਰਾਹਮਣ ਹੁੰਦਾ ਹੈ ਜੋ ਬ੍ਰਹਮ ਗਿਆਨ ਰੂਪੀ, ਬ੍ਰਹਮ ਗਿਆਨ ਦਾ ਇਸ਼ਨਾਨੀ ਹੁੰਦਾ ਹੈ।
ਪਰਮੇਸ਼ਰ ਦੇ ਗਿਆਨ ਦੇ ਵਿੱਚ ਹੀ ਹਮੇਸ਼ਾ ਲੀਨ ਰਹਿੰਦਾ ਹੈ। ਹਰ ਗੁਣ ਪੂਜੇ ਪਾਤੀ। ਤੇ ਵਾਹਿਗੁਰੂ ਦੇ ਜਿਹੜੇ ਗੁਣ ਹੈ ਇਹ ਹੈ ਪੱਤਰੇ, ਇਹਨਾਂ ਨਾਲ ਜਿਹੜਾ ਪਰਮੇਸ਼ਰ ਦੀ ਪੂਜਾ ਕਰਦਾ ਹੈ ਉਹ ਅਸਲੀ ਬ੍ਰਾਹਮਣ ਹੁੰਦਾ ਹੈ। ਏਕੋ ਨਾਮ ਏਕ ਨਾਰਾਇਣ। ਇੱਕੋ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਹੜਾ ਇੱਕ ਨਰਾਂ ਵਿੱਚ ਆਇਆ, ਜਿਹਦਾ ਨਰਾਂ ਦੇ ਵਿੱਚ ਘਰ ਹੈ, ਉਹਦੇ ਵਿੱਚ ਹਮੇਸ਼ਾ ਬਸਦਾ ਹੈ। ਤ੍ਰਿਭਵਨ ਏਕਾ ਜੋਤੀ। ਤਿੰਨਾਂ ਭਵਨਾਂ ਵਿੱਚ ਵੀ ਇੱਕੋ ਨੇ ਉਸੇ ਜੋਤੀ ਸਰੂਪ ਨੂੰ ਸਮਝਦਾ ਹੈ। ਚੌਪਈ ਅਸ ਸੁਨ ਕਰ ਐਸੇ ਬਚ ਅਨੂਪਾ ਬਚਨ ਅਨੂਪਾ। ਇਸ ਤਰ੍ਹਾਂ ਦੇ ਮਹਾਰਾਜ ਦੇ ਅਨੋਖੇ ਬਚਨ ਸੁਣ ਕੇ ਰਾਜੇ ਸ਼ਿਵ ਨਾਮ ਨੇ ਬੋਲਿਓ ਬਾਹਰੋ ਬੋਲਿਓ ਭਾ ਬਚ ਭੂਪਾ। ਜਿਹੜਾ ਰਾਜਾ ਇਸ ਤਰ੍ਹਾਂ ਦਾ ਬਚਨ ਬੋਲਣ ਲੱਗਿਆ ਹੈ, ਜਾਤ ਤੁਮਾਰੀ ਖਤਰੀ ਹੈ। ਆਪ ਜੀ ਦੀ ਜਿਹੜੀ ਜਾਤ ਹੈ ਖੱਤਰੀ ਹੈ। ਸੁਨਿਓ ਕਮਲ ਨੈਣ ਪੁਨ ਕਹੈ। ਰਾਜੇ ਤਾਂ ਸਮਣ ਕੇ ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਫੇਰ ਕਹਿੰਦੇ, ਜਿਹਬਾ ਡੰਡੀ ਇਹੋ ਘਟ ਛਾਬਾ। ਕਹਿੰਦੇ ਜਿਹੜੀ ਜ਼ਬਾਨ ਹੈ ਨਾ ਇਹ ਕਹਿੰਦੇ ਡੰਡੀ ਬੱਤ ਹੈ, ਤੇ ਜਿਹੜਾ ਘਟ ਹਿਰਦਾ ਮਨ ਬੁੱਧ ਹੈ ਇਹ ਜਿਵੇਂ ਉਹ ਕਹਿੰਦੇ ਤਕੜੀ ਦੇ ਛਾਪੇ ਜਿਹੇ ਹੁੰਦੇ, ਪਾਲੜੇ ਜਿਹੇ ਹੁੰਦੇ, ਇਸ ਤਰ੍ਹਾਂ ਜਿਹੜਾ ਘਟ ਹਿਰਦਾ ਇਹ ਛਾਬਾ ਹੈ, ਮਨ ਬੁੱਧੀ ਇਹ ਛਾਬੇ ਪਾਲੜੇ ਹਨ। ਤੋਲੋ ਨਾਮ ਅਜਾਚੀ। ਜਿਹੜਾ ਅਜਾਚੀ, ਜਿਹੜਾ ਕਿਸੇ ਤੋਂ ਕੁਝ ਨਹੀਂ ਮੰਗਦਾ, ਉਹ ਕੌਣ ਹੈ? ਪਰਮੇਸ਼ਰ ਹੈ। ਕਹਿੰਦੇ ਇਸ ਕਰਕੇ ਉਹ ਅਜਾਚੀ ਪਰਮੇਸ਼ਰ ਦਾ ਨਾਮ ਕਹਿੰਦੇ ਅਸੀਂ ਤੋਲਦੇ ਹਾਂ, ਵਿਚਾਰ ਕਰਦੇ ਹਾਂ। ਏਕੋ ਹਾਟ ਸਾਹ ਸਭਨਾ ਸਿਰ। ਇੱਕੋ ਸਾਰ ਸੰਗਤ ਰੂਪੀ ਹੱਟ ਹੈ ਤੇ ਇੱਕੋ ਹੀ ਸਤਿਗੁਰੂ ਪੁਰੀ ਸ਼ਾਹੂਕਾਰ ਹੈ। ਉਹ ਸਭਨਾਂ ਦੇ ਸਿਰ ਦੇ ਉੱਪਰ ਸ਼੍ਰੋਮਣੀ ਸਤਿਗੁਰੂ ਰੂਪੀ ਬਹੁਤ ਵੱਡਾ ਸ਼ਾਹੂਕਾਰ ਹੈ। ਸਾਧ ਸੰਗਤ ਰੂਪੀ ਦੁਕਾਨ ਹੈ। ਵਣਜਾਰੇ ਇੱਕ ਭਾਤੀ। ਜਿੰਨੇ ਕਹਿੰਦੇ ਜਗਿਆਸੀ ਰੂਪੀ ਵਣਜਾਰੇ ਉਹ ਇੱਕ ਤਰ੍ਹਾਂ ਦੇ ਹੈ, ਪਰ ਜਿੰਨੇ ਜਗਿਆਸੀ ਰੂਪੀ ਵਣਜਾਰੇ ਸਾਰੇ ਇੱਕ ਤਰ੍ਹਾਂ ਦੇ ਕੀ ਹੈ? ਸਾਰੇ ਨਿਸ਼ਕਾਮੀ ਹੈ। ਕਾਮਨਾ ਤੋਂ ਰਹਿਤ ਹੈ, ਸਕਾਮੀ ਨਹੀਂ ਹੈ। ਚੌਪਈ ਤਦਪਨ ਨਿਸ਼ਚਾ ਭੂਪਤ ਆਵਾ। ਐਸਾ ਕੁਝ ਸੁਣ ਕੇ ਤਾਂ ਵੀ ਰਾਜੇ ਨੂੰ ਕੋਈ ਯਕੀਨ ਨਹੀਂ ਆਇਆ। ਮਨ ਕੇ ਵਿਖੈ ਅਧਿਕ ਅਕੁਲਾਵਾ। ਆਪਣੇ ਮਨ ਦੇ ਵਿੱਚ ਬਹੁਤਾ ਕਹਿੰਦੇ ਵਿਆਕਰ ਜਿਹਾ ਹੋ ਗਿਆ, ਘਬਰਾ ਗਿਆ, ਕਾਲਾ ਜਿਹਾ ਪੈ ਗਿਆ। ਨਿਰਣੈ ਕਾਰਨ ਜਾਤ ਬਤਾਵੇ। ਦੇਖੋ ਇਹ ਜਿਹੜੇ ਸੰਤ ਹੈ ਨਿਰਣਾ ਕਰਕੇ ਆਪਣੀ ਜਾਤ ਜਾਨੀ ਨੀਦਾ ਖੋਲ ਕੇ ਨਹੀਂ ਦੱਸਦੇ ਵੀ ਅਸੀਂ ਇਸ ਜਾਤ ਦੇ ਹਾਂ। ਨਹਿ ਨਿਜ ਆਨਨ ਨਾਮ ਕਹ ਅਲਾਵੈ। ਨਾ ਆਪਣੇ ਮੁਖ ਤੋਂ ਆਪਣਾ ਨਾਮ ਹੀ ਦੱਸਦੇ ਐ, ਅਸੀਂ ਵੀ ਸਾਡਾ ਆ ਨਾ ਹੋਰ ਹੀ ਹੋਰ ਕਹੀ ਜਾਂਦੇ। ਦੋਹਰਾ ਸਾਧ ਗ੍ਰਸਤੀ ਜਗਤ ਮੈਂ। ਫਿਰ ਰਾਜਾ ਬੋਲਿਆ ਮਹਾਰਾਜ ਸੰਸਾਰ ਦੇ ਵਿੱਚ ਗ੍ਰਸਤੀ ਸਾਧੂ ਵੀ ਹੈਗੇ ਆ, ਵੀ ਵਿਆਹੇ ਵਰੇ ਵੀ ਸਾਧ ਹੈਗੇ, ਔਰ ਸੇ ਮੁਖੀ ਸੰਤ। ਚੰਗੇ ਬੁੱਧੀਵਾਨ ਸੰਤ ਵਿਰਗਤ ਵੀ ਹੈ, ਤਿਆਗੀ ਵਿਰਾਗੀ ਵੀ ਹੈ। ਉਹ ਬੇਮਦ ਤੁਮ ਕੌਣ ਹੋ। ਇਹ ਦੋਹਾਂ ਦੇ ਵਿੱਚੋਂ ਤੁਸੀਂ ਮਾਰਾ ਕੌਣ ਆ? ਭਾਵ ਗ੍ਰਸਤੀ ਸਾਧ ਹੋ ਕਿ ਵਿਰਗਤ ਸੰਤ ਹੋ? ਕਹੋ ਸੰਤ ਜੀ ਮੰਤ। ਇਹ ਸੰਤੋ ਜੀ ਆਪਣਾ ਜਿਹੜਾ ਮੰਤ ਹੈ ਜਾਨੀ ਸਿਧਾਂਤ ਹੈ, ਅੰਦਰਲਾ ਆਪਣਾ ਖਿਆਲ ਆ, ਉਸ ਮੈਨੂੰ ਦੱਸੋ ਜੀ ਖੋਲ ਕੇ। ਦੋਵੇਂ ਸਿਰੇ ਸਤਿਗੁਰੂ ਨਿਬੇੜੇ। ਗੁਰੂ ਮਹਾਰਾਜ ਕਹਿੰਦੇ ਵੀ ਰਾਜਨ ਸਾਡੇ ਜਿਹੜੇ ਸਤਿਗੁਰੂ ਅਕਾਲ ਪੁਰਖ ਆ ਉਹਨੇ ਦੋਵੇਂ ਸਿਰੇ ਦੋਵੇਂ ਜਿਹੜੇ ਪਾਸੇ ਨਿਬੇੜ ਦਿੱਤੇ ਹੈ। ਭਾਵ ਸਾਨੂੰ ਵੀ ਜਿਵੇਂ ਗ੍ਰਸਤੀ ਲੋਕ ਧੰਦਿਆਂ ਵਿੱਚ ਫਸੇ ਹੁੰਦੇ, ਮੋਹ ਮਮਤਾ ਵਿੱਚ ਪਚੇ ਹੁੰਦੇ ਆ, ਖਪੇ ਹੁੰਦੇ ਆ, ਇਸ ਤਰ੍ਹਾਂ ਦੇ ਅਸੀਂ ਗ੍ਰਸਤੀ ਨਹੀਂ, ਧੰਦਿਆਂ ਵਿੱਚ ਫਸੇ ਮੋਹ ਮਮਤਾ ਵਿੱਚ ਖਪੇ ਹੋਏ। ਦੂਜਾ ਵੀ ਵਿਰਗਤਪੁਣੇ ਦਾ ਲੋਕਾਂ ਨੂੰ ਮਾਣ ਹੁੰਦਾ ਵੀ ਅਸੀਂ ਘਰ ਬਾਰ ਛੱਡਿਆ, ਸਾਡੇ ਵਰਗਾ ਕਿਹੜਾ ਸੰਤ ਹੈ। ਕਹਿੰਦੇ ਇਸ ਤਰ੍ਹਾਂ ਇਹ ਦੋਵੇਂ ਪਾਸੇ ਸਾਡੇ ਅਕਾਲ ਪੁਰਖ ਨੇ ਨਿਬੇੜ ਦਿੱਤੇ ਹੈ। ਗ੍ਰਸਤੀਆਂ ਵਿੱਚ ਮੋਹ ਮਮਤਾ ਵਿੱਚ, ਧੰਦਿਆਂ ਵਿੱਚ ਖਚਤ ਪਚਤ ਨਹੀਂ,
ਭਗਤ ਪੁਣੇ ਦਾ ਸਾਨੂੰ ਮਾਣ ਨਹੀਂ ਹੈ। ਸੋ ਬੂਝੈ ਜਿਸ ਏਕ ਲਿਵ ਲਾਗੀ। ਕਹਿੰਦੇ ਓਏ ਇਸ ਗੱਲ ਨੂੰ ਸਮਝਦਾ ਜਿਹੜੀ ਇੱਕ ਪਰਮੇਸ਼ਰ ਵਿੱਚ ਲਿਵ ਲੱਗੀ ਰਹਿੰਦੀ ਬਿਰਤੀ ਜੁੜੀ ਰਹਿੰਦੀ ਹੈ। ਜੀਉ ਰਹੈ ਨਿਭ ਰਾਤੀ। ਹਾਂ ਜੀਉ ਰਹਿ ਨਿਭ ਰਾਤੀ। ਆਪਣੇ ਜੀ ਕਰਕੇ ਹਿਰਦੇ ਕਰਕੇ ਭ੍ਰਾਂਤ ਤੋਂ ਰਹਿਤ ਹੋ ਕੇ ਰਹਿੰਦਾ ਹੈ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦਾ ਹੈ। ਸ਼ਬਦ ਵਸਾਏ ਭਰਮ ਚੁਕਾਏ। ਇਸੇ ਤਰ੍ਹਾਂ ਜਿਹੜਾ ਸ਼ਬਦ ਹੈ ਉਪਦੇਸ਼ ਉਹਨੂੰ ਮਨ ਵਿੱਚ ਵਸਾਉਂਦਾ ਹੈ, ਪੰਜ ਤਰ੍ਹਾਂ ਦਾ ਜਿਹੜਾ ਭਰਮ ਹੈ ਉਸਨੂੰ ਚੁੱਕ ਦਿੰਦਾ ਹੈ। ਸਦਾ ਸੇਵਕ ਦਿਨ ਰਾਤੀ। ਸਦਾ ਹੀ ਕਹਿੰਦੇ ਦਿਨੇ ਰਾਤ ਵਾਹਿਗੁਰੂ ਦਾ ਸੇਵਕ ਬਣ ਕੇ ਉਹ ਸੇਵਾ ਕਰਨ ਵਾਲਾ ਹੋ ਕੇ ਰਹਿੰਦਾ ਹੈ। ਤੋਰਾ ਬਹੁ ਵਿਚਾਰ ਕਰ ਸੋਚਣ ਲਾਗਾ। ਬਹੁਤੀ ਸੋਚ ਵਿਚਾਰ ਕਰਕੇ ਫਿਰ ਸੋਚਣ ਲੱਗਿਆ ਵਿਚਾਰਨ ਲੱਗਿਆ ਹੈ। ਘਟੀ ਬਿਤੈ ਪੁਨ ਕਹਿ ਵੱਡ ਭਾਗਾ। ਜਦੋਂ ਘੜੀ ਕਬੀ 24 ਮਿੰਟ ਲੰਘ ਗਏ ਹੈ ਫਿਰ ਇਹ ਵੱਡੇ ਭਾਗਾਂ ਵਾਲਾ ਰਾਜਾ ਕਹਿਣ ਲੱਗਿਆ ਹੈ। ਜੇ ਤੁਮ ਗੋਰਖ ਦੇਹੁ 부ਝਾਈ। ਸੰਤੋ ਜੇ ਤੁਸੀਂ ਗੋਰਖਨਾਥ ਹੋ ਤਾਂ ਵੀ ਮੈਨੂੰ ਸਮਝਾ ਦਿਓ ਜੀ, ਕਹਿ ਦੱਸ ਦੇਵੋ ਜੀ। ਸੁਨ ਘਰ ਸਤਿਗੁਰ ਗਿਰਾ ਅਲਾਈ। ਗੁਰੂ ਮਹਾਰਾਜ ਨੇ ਰਾਜੇ ਤੋਂ ਸੁਣ ਕੇ ਇਸ ਤਰ੍ਹਾਂ ਫਿਰ ਬਾਣੀ ਵਿਚਾਰਨ ਕੀਤੀ, ਬਾਣੀ ਕਹੀ ਵਚਨ ਕਿਹਾ। ਉਪਰ ਗਗਨ ਗਗਨ ਪਰ ਗੋਰਖ। ਕਹਿੰਦੇ ਧਰਤੀ ਤੋਂ ਉੱਪਰ ਆਕਾਸ਼ ਹੈ, ਉਸ ਆਕਾਸ਼ ਦੇ ਉੱਪਰ ਕਹਿੰਦੇ ਸਮੀਰ ਪਰਬਤ ਹੈ, ਉਸ ਸਮੀਰ ਪਰਬਤ ਉੱਪਰ ਗੋਰਖਨਾਥ ਰਹਿੰਦਾ ਹੈ। ਤਾਕਾ ਆਗਮ ਗੁਰੂ ਪੁਨ ਵਾਸੀ। ਉਹਦਾ ਜਿਹੜਾ ਗੁਰੂ ਅੱਗੇ ਗੋਰਖਨਾਥ ਵੀ ਉੱਥੇ ਰਹਿੰਦਾ ਹੈ। ਉਹ ਜਿਹੜਾ ਗੁਰੂ ਗੋਰਖ ਉਹਦੇ ਕਰਕੇ ਜਿਹੜਾ ਆਗਮ ਹੈ ਪਰਮੇਸ਼ਰ, ਉਹਦੇ ਵਿੱਚ ਅਸੀਂ ਪੁਨः ਵਸਦੇ ਹਾਂ, ਪਰਮੇਸ਼ਰ ਵਿੱਚ ਨਿਵਾਸ ਕਰਦੇ ਹਾਂ। ਇਸੇ ਤਰ੍ਹਾਂ 84 ਲੱਖ ਜਿਹੜੀ ਜੂਨੀ ਹੈ, ਜਾਂ ਇਹ ਜਿਹੜੇ ਪੰਜ ਤੱਤ ਹੈ ਉਹਨਾਂ ਵਿੱਚੋਂ ਜਿਹੜਾ ਪੰਜਵਾਂ ਤੱਤ, ਚੌਹਾਂ ਤੱਤਾਂ ਵਿੱਚੋਂ ਆਕਾਸ਼ ਤੱਤ ਉੱਪਰ ਹੈ। ਇਹ ਇਸ ਜਿਹੜਾ ਆਕਾਸ਼ ਆਕਾਸ਼ ਹੈ ਉਹਦੇ ਵਿੱਚ ਗਗਨ ਹੈ, ਉਹਦੇ ਵਿੱਚ 10ਵਾਂ ਦੁਆਰ ਹੈ। ਇਸ ਤਰ੍ਹਾਂ ਉਹ 10ਵੇਂ ਦੁਆਰ ਦੇ ਵਿੱਚ ਗੋਰਖ ਕੀ ਹੈ, ਵਿਸ਼ਨੂੰ ਦਾ ਨਿਵਾਸ ਹੈ। ਇਸ ਤਰ੍ਹਾਂ ਵਿਸ਼ਨੂੰ ਦਾ ਜਿਹੜਾ ਗੁਰੂ ਹੈ ਉਹ ਪਰਮੇਸ਼ਰ ਹੈ। ਉਹ ਅਗਮਤਾ ਤੋਂ ਰਹਿਤ ਉਹਦੇ ਵਿੱਚ ਜਿਹੜਾ ਵਿਸ਼ਨੂੰ ਦਾ ਵੀ ਗੁਰੂ ਹੈ ਉਹਦੇ ਕਰਕੇ ਵੀ ਅਗਮ ਹੈ, ਉਹਦੇ ਵਿੱਚ ਅਸੀਂ ਵਸਦੇ ਹਾਂ। ਗੁਰ ਬਚਨੀ ਬਾਹਿਰ ਘਰ ਏਕੋ। ਗੁਰੂ ਦੇ ਬਚਨਾਂ ਕਰਕੇ ਭਾਵੇਂ ਅਸੀਂ ਬਾਹਰ ਹੋਈਏ ਭਾਵੇਂ ਘਰ ਦੇ ਅੰਦਰ ਹੋਈਏ, ਸਾਨੂੰ ਘਰ ਦੇ ਬਾਹਰ ਇੱਕੋ ਜਿਹੀ ਦਿਸਦਾ ਹੈ। ਨਾਨਕ ਭਇਆ ਉਦਾਸੀ। ਇਸ ਤਰ੍ਹਾਂ ਦੇ ਅਸੀਂ ਉਦਾਸੀ ਹੋਇਆ, ਕੱਪੜੇ ਲਾ ਕੇ ਜੰਜਰਾ ਧਾਰ ਕੇ ਸਾਹ ਮਲ ਕੇ ਉਦਾਸੀ ਸੰਤ ਨਹੀਂ ਬਣੇ ਹਾਂ। ਚੌਪਈ ਸੁਨੀ ਜਬ ਹੈ ਬਾਨੀ ਸੁਖ ਰਾਸੀ। ਇਸ ਤਰ੍ਹਾਂ ਸੁਖ ਰਾਸੀ ਸੁਖਾਂ ਦੀ ਪੂੰਜੀ ਜਦੋਂ ਬਾਣੀ ਮਹਾਰਾਜ ਤੋਂ ਸੁਣੀਏ ਰਾਜੇ ਨੇ। ਜਾਨਹ ਨਾਨਕ ਭਇਆ ਉਦਾਸੀ। ਜਾਣ ਲਾ ਅਸੀਂ ਇਸ ਤਰ੍ਹਾਂ ਦੇ ਉਦਾਸੀ ਹੋਏ ਆ, ਸੰਸਾਰ ਤੋਂ ਪ੍ਰਾਮ ਹੋਏ ਆ। ਨਿਸ਼ਚਾ ਦ੍ਰਿੜ ਕੀਨੋ ਮਨ ਰਾਉ। ਉਸੇ ਵੇਲੇ ਮਨ ਵਿੱਚ ਰਾਜੇ ਨੇ ਕਹਿੰਦੇ ਪੱਕਾ ਭਰੋਸਾ ਕਰ ਲਿਆ ਵੀ ਇਹ ਗੁਰੂ ਨਾਨਕ ਸਾਹਿਬ ਹੈ ਮਹਾਨ। ਬਹੁਰਨ ਕਬਹੂ ਭਇਓ ਡੁਲਾਇਓ। ਫੇਰ ਨੀ ਇਹਦਾ ਮਨ ਕਦੇ ਵੀ ਡਾਵਾਂ ਡੋਲ ਹੋਇਆ ਡੋਲਿਆ। ਪ੍ਰੇਮ ਵਿਖੈ ਭੀ ਗਦ ਗਦ ਬਾਣੀ। ਐਸਾ ਪ੍ਰੇਮ ਆਇਆ ਹੈ, ਪ੍ਰੇਮ ਦੇ ਵਿੱਚ ਦੀ ਜਿਹੜੀ ਬਾਣੀ ਹੈ ਉਹ ਗਦਗਦ ਹੋ ਗਈ, ਜਿਹੜਾ ਕੰਠ ਰੁਕ ਗਿਆ, ਗਲਾ ਰੁਕ ਗਿਆ ਹੈ। ਭੰਤ ਬਿਨੈ ਉਸਤਤ ਪਦ ਸਾਨੀ। ਫਿਰ ਬਹੁਤ ਹੀ ਬੇਨਤੀ ਦੇ ਜਿਹੜੀ ਉਸਤਤੀ ਹੈ, ਉਹ ਬੇਨਤੀ ਵਾਲੀ ਉਸਤਤੀ ਹੈ ਜਿਹੜੀ ਆ ਉਹ ਪਦ ਕਹਿੰਦੇ ਉਚਾਰਨ ਲੱਗਿਆ ਹੈ। ਬੇਨਤੀ ਵਾਲੇ ਉਸਤਤੀ ਦੇ ਲਫ਼ਜ਼ ਕਹਿਣ ਲੱਗਿਆ ਹੈ। ਜਨਮ ਧਨ ਵੱਡ ਭਾਗ ਹਮਾਰਾ। ਇਹ ਮਹਾਰਾ ਮੇਰਾ ਜਨ ਧੰਤਾ ਜੋਗ ਹੈ, ਮੇਰਾ ਬਹੁਤ ਵੱਡਾ ਭਾਗ ਜਾਗਿਆ ਹੈ। ਜਾਂਤੇ ਦਰਸ਼ਨ ਭਇਓ ਤੁਮਾਰਾ। ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਉਦਾਸੀ ਜੀ ਤੁਹਾਡੇ ਦਰਸ਼ਨ ਹੋਏ ਮੈਨੂੰ। ਮਨ ਮੇਰੇ ਕੀ ਜਾਨਹੁ ਸੁਆਮੀ। ਇਹ ਮੇਰੇ ਸੁਆਮੀ ਤੁਸੀਂ ਮੇਰੇ ਮਨ ਦੀ ਸਾਰੀ ਜਿਹੜੀ ਗੱਲਬਾਤ ਇੱਛਾ ਆਕਾਸ਼ ਉਸਨੂੰ ਜਾਣਦੇ ਹੋ। ਬਨੈ ਨ ਕਬਹੋ ਅੰਤਰ ਜਾਮੀ। ਕਿਉਂਕਿ ਤੁਸੀਂ ਅੰਤਰਜਾਮੀ ਹੋ, ਜਿਸ ਕਰਕੇ ਤੁਹਾਡੇ ਅੱਗੇ ਮੇਰਾ
ਕਹਿਣਾ ਨਹੀਂ ਬਣਦਾ ਹੈ। ਆਸਨਾ ਮਨੀਖਾ ਤੁਮੈ ਪਛਾਨੋ। ਬਾਕੀ ਐਸੀ ਮੇਰੀ ਮਹਾਰਾਜ ਅਕਲ ਵੱਧ ਹੈ ਜਿਹੜਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਪਛਾਣ ਲਵਾਂ। ਰਸਨਾ ਥਕਤ ਨਾ ਨੁਤ ਹੈ ਬਖਾਨੋ। ਮਹਾਰਾਜ ਮੇਰੀ ਜ਼ੁਬਾਨ ਵਿੱਚ ਇੰਨੀ ਤਾਕਤ ਹੈ ਨਹੀਂ ਜਿਸ ਦੇ ਨਾਲ ਮੈਂ ਆਪ ਜੀ ਦੀ ਉਸਤੀ ਕਹਾਂ। ਕਿਉ ਕਹਿ ਇਉ ਤੀਨ ਪ੍ਰਦਰਸ਼ਨ ਦੀਨੀ। ਇਸ ਤਰ੍ਹਾਂ ਦੇ ਨਿਮਰਤਾ ਦੇ ਵਚਨ ਕਹਿ ਕੇ ਰਾਜੇ ਨੇ ਮਹਾਰਾਜ ਦੀਆਂ 3 ਪ੍ਰਕਰਮਾਂ ਦਿੱਤੀਆਂ ਕੀਤੀਆਂ ਹਨ। ਚਰਨ ਕਮਲ ਪਾਰ ਬੰਧਨ ਕੀਨੀ। ਇਸ ਤਰ੍ਹਾਂ 3 ਪ੍ਰਕਰਮਾਂ ਕਰਕੇ 3 ਵਾਰੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਿੱਖ ਪੰਥ ਵਿੱਚ 5 ਪ੍ਰਕਰਮਾਂ ਕਰਕੇ ਮੱਥਾ ਟੇਕਣਾ ਵਿਧਾਨ ਹੈ। ਸਰਬ ਭਾਂਤ ਮੁਝ ਦਾਸ ਜਨੀਜੈ। ਸਭ ਤਰ੍ਹਾਂ ਕਰਕੇ ਮਹਾਰਾਜ ਮੈਨੂੰ ਆਪਣਾ ਦਾਸ ਜਾਣਗੇ ਜੀ। ਚੱਲ ਕਰ ਭਵਨ ਪੁਨੀਤ ਕਰੀਜੈ। ਮਹਾਰਾਜ ਇੱਥੋਂ ਬਾਗ ਵਿੱਚੋਂ ਚੱਲ ਕੇ ਮੇਰੇ ਘਰ ਨੂੰ ਪਵਿੱਤਰ ਕਰੀਏ ਜੀ। ਪੂਰਬ ਧਰਮਸ਼ਾਲ ਬਨਵਾਵਹੁ। ਗੁਰੂ ਨਾਨਕ ਸਾਹਿਬ ਜੀ ਬੋਲੇ ਹੈ ਵੀ ਸ਼ਿਵਨਾਵਾ ਸਾਨੂੰ ਲਿਜਾਣ ਤੋਂ ਪਹਿਲਾਂ ਆਪਣੇ ਰਾਜਧਾਨੀ ਧਰਮਸ਼ਾਲਾ ਬਣਾ, ਧਰਮ ਦੀ ਜਗ੍ਹਾ ਕਾਇਮ ਕਰ। ਬੋਹਰ ਆਏ ਹਮਕੋ ਲੈ ਜਾਵਹੁ। ਧਰਮਸ਼ਾਲਾ ਬਣ ਜਾਏ ਫਿਰ ਤੂੰ ਆ ਕੇ ਸਾਨੂੰ ਧਰਮਸ਼ਾਲਾ ਵਿੱਚ ਲੈ ਜਾਈਂ। ਸੁਨ ਕਰ ਭੂਪਤ ਸਦਨ ਸਿਧਾਇਓ। ਕਿਉਂ ਗੁਰੂ ਮਹਾਰਾਜ ਤੇ ਬਚਨ ਸੁਣ ਕੇ ਰਾਜਾ ਸ਼ਿਵਨਾਵ ਘਰ ਵੱਲ ਨੂੰ ਪਰਤ ਗਿਆ ਹੈ। ਕਹਿਓ ਜੋ ਗੁਰ ਸੋ ਆਰੰਭ ਕਰਾਇਓ। ਗੁਰੂ ਮਹਾਰਾਜ ਨੇ ਧਰਮਸ਼ਾਲਾ ਬਣਾਉਣ ਲਈ ਬਚਨ ਕਿਹਾ ਸੀ ਉਹਨੂੰ ਸ਼ੁਰੂ ਕਰ ਦਿੱਤਾ, ਯਾਨੀ ਉਹ ਨੀਂਹ ਰੱਖ ਦਿੱਤੀ ਧਰਮਸਾਲ ਦੀ। ਦੋਹਰਾ ਸ੍ਰੀ ਗੁਰ ਧਿਆਨ ਸੋ ਭਾਨ ਸਮ। ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਜਿਹੜਾ ਧਿਆਨ ਹੈ ਇਹ ਤਾਂ ਸੂਰਜ ਵਰਗਾ ਬੜਾ ਤੇਜ ਪ੍ਰਤਾਪ ਵਾਲਾ। ਹਿਰਦਾ ਕਮਲ ਬਿਗਸਾਏ। ਇਸ ਸੂਰਜ ਨੂੰ ਧਿਆਨ ਦੇ ਨਾਲ ਆਪਣਾ ਹਿਰਦਾ ਜਿਹੜਾ ਕਮਲ ਵਾਂਗੂ ਕਹਿੰਦੇ ਮੈਂ ਖੜਾ ਕੇ ਕਵਿਤਾ ਰਚਾਂ ਜਥਾ ਮਤੀ। ਮੈਂ ਜਿਸ ਤਰ੍ਹਾਂ ਦੀ ਮੇਰੀ ਅਕਲ ਵੱਧ ਵਿੱਚ ਆਏਗੀ ਉਹੀ ਜੀ ਕਥਾ ਮੈਂ ਰਚਾਂਗਾ। ਕਹੋ ਕਥਾ ਸੁਖਦਾਏ। ਇਸੇ ਤਰ੍ਹਾਂ ਉਹੀ ਜੀ ਜਿਹੜੀ ਸੁਖ ਦੇਣ ਵਾਲੀ ਕਥਾ ਮੈਂ ਆਖਾਂਗਾ। ਸਰੋਤਾ ਜਨ ਸ੍ਰੀ ਬਾਲਾ ਸੰਦੁਰ ਵਾਚ ਚੌਪਈ। ਬਹੁ ਲੋਕਨ ਭੁਲਵਾਏ ਭਵਾਲਾ। ਰਾਜੇ ਨੇ ਰਾਜਧਾਨੀ ਵਿੱਚ ਜਾ ਕੇ ਬਹੁਤੇ ਲੋਕਾਂ ਨੂੰ ਆਪਣੇ ਕੋਲ ਸੱਦ ਬੁਲਾ ਲਿਆ। ਰਚੀ ਧਰਮਸ਼ਾਲਾ ਤਤਕਾਲਾ। ਬੜੀ ਛੇਤੀ ਕਹਿੰਦੇ ਧਰਮ ਦੀ ਜਿਹੜੀ ਜਗ੍ਹਾ ਕਾਇਮ ਕਰ ਲਈ। ਮ੍ਰਿਗਮਦ ਚੰਦਨ ਅਗਰ ਕਪੂਰਾ। ਜਿਹੜੀ ਜਗ੍ਹਾ ਕਾਇਮ ਕਰਕੇ ਉਹਦੇ ਵਿੱਚ ਕਸਤੂਰੀ ਤੇ ਚੰਦਨ ਤੇ ਇਸੇ ਤਰ੍ਹਾਂ ਕਪੂਰ ਹੋਰ ਅਗਰ ਤੋਏ ਦੀ ਲੱਕੜੀ ਆਦਿਕ ਕੀਨ ਸੁਲੇਪਨ ਤਾਂ ਸੋ ਰੂਰਾ। ਇਹਨੂੰ ਰਗੜ ਕੇ ਇਹਦਾ ਰਾਜਾ ਬਣਾ ਕੇ ਉਹਨੂੰ ਕਹਿੰਦੇ 4 ਸਫੇਰੇ ਲੇਪਣ ਕੀਤਾ। ਕਸ਼ੋਈਆਂ ਵਾਲੀ ਹੈ ਚੀਜ਼। ਬਹੁਤ ਸੁੰਦਰ ਤੇ ਦਰ ਬਣਵਾਏ। ਉਹ ਧਰਮਸ਼ਾਲਾ ਦੇ ਜਿਹੜੇ ਦਰਵਾਜ਼ੇ ਬਹੁਤ ਸੋਹਣੇ ਕਹਿੰਦੇ ਸੁੰਦਰ ਬਣਵਾਏ ਕਹਿ ਕੇ। ਭਾਂਤ ਅਨੇਕ ਵਿਛਾਉਣਾ ਛਾਏ। ਧਰਮਸ਼ਾਲਾ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਵਿਛਾਉਣੇ ਉਹ ਵਿਛਾਏ, ਚੰਗੀਆਂ ਵਿਛਾਈਆਂ ਵਧੀਆ ਕੀਤੀਆਂ ਗਲੀਚੇ ਆਦਿਕ ਕਰਕੇ। ਸਰਬ ਗੁਲਾਬ ਕੀਨ ਸ਼ਿਰ ਕਾਵਾ। ਸਾਰੀ ਧਰਮਸ਼ਾਲਾ ਦੇ ਅੰਦਰ ਕਹਿੰਦੇ ਜਿਹੜਾ ਗੁਲਾਬ ਹੈ ਖੁਸ਼ਬੂ ਵਾਲਾ ਚੰਗੀ ਤਰ੍ਹਾਂ ਛਿੜਕਾਇਆ ਹੈ। ਬਹੁਤ ਸੁਗੰਧ ਜਾ ਮਹਿ ਮਹਿਕਾਵਾ। ਜਿਹੜੀਆਂ ਕੋਈ ਚੰਗੀਆਂ ਸੰਗਲੀਆਂ ਉਹਦੇ ਛਿੜਕੇ ਮਹਿਕਾਈਆਂ ਹਨ। ਤਾ ਮਹਿ ਏਕ ਪ੍ਰਯੰਕ ਡਸਾਇਓ। ਉਸ ਧਰਮਸ਼ਾਲਾ ਦੇ ਚੰਗਾ ਵਧੀਆ ਪਣਗ ਦਿਖਾਇਆ ਹੈ। ਉਪਰ ਰੁਚਰ ਵਿਛਾਉਣ ਵਿਛਾਇਓ। ਉਸ ਪਣਗ ਦੇ ਉੱਪਰ ਸੋਹਣਾ ਜਿਹੜਾ ਚੰਗਾ ਵਧੀਆ ਵਿਛਾਉਣਾ ਉਹ ਵਿਛਾਇਆ ਹੈ ਕਹਿ ਕੇ। ਇਸ ਪ੍ਰਕਾਰ ਕੀ ਰਚਨਾ ਕਰਕੇ। ਇਸ ਤਰ੍ਹਾਂ ਦੀ ਰਚਨਾ ਕਰਕੇ ਜਾਣੀ ਸਾਰੀ ਤਿਆਰੀ ਕਰਕੇ। ਗਮਨਿਓ ਭੂਪ ਭਾਉ ਉਰ ਧਰ ਕੇ। ਸ਼ਿਵਨਾਭ ਰਾਜਾ ਹਿਰਦੇ ਵਿੱਚ ਪ੍ਰੇਮ ਧਾਰ ਕੇ ਚੱਲਿਆ ਬਾਗ ਵੱਲ ਨੂੰ। ਜਬ ਆਵਾ ਉਪਬਨ ਕੇ ਮਾਹੀ। ਇਸ ਵੇਲੇ ਸ਼ਿਵ
ਮਨਾਵ ਰਾਜਾ ਬਾਗ ਵਿੱਚ ਚਲ ਕੇ ਆਇਆ ਹੈ। ਸ੍ਰੀ ਨਾਨਕ ਤਹ ਦੇਖੇ ਨਾਹੀ, ਗੁਰੂ ਨਾਨਕ ਸਾਹਿਬ ਜੀ ਉਹ ਬਾਗ ਦੇ ਵਿੱਚ ਇਸ ਨੂੰ ਦਿਸੇ ਹੀ ਨਹੀਂ ਹਨ। ਪਰਖਨ ਭਾਉ ਭੂਪ ਗਤ ਦਾਨਾ, ਕਿ ਮੁਕਤੀ ਦਾਤੇ ਨੇ ਵੀ ਰਾਜੇ ਦਾ ਪ੍ਰੇਮ ਪਰਖਣਾ ਹੈ, ਉਹ ਪ੍ਰੀਖਿਆ ਕਰਨ ਵਾਸਤੇ। ਭਏ ਕਾਲ ਤੇ ਅੰਤਰ ਧਿਆਨਾ, ਇਸ ਕਰਕੇ ਰਾਜੇ ਦੇ ਆਉਣ ਤੋਂ ਪਹਿਲੇ ਹੀ ਮਾਰਾ ਅਲੋਪ ਹੋ ਗਏ, ਦਿਸਣੋਂ ਰਹਿ ਗਏ ਹਨ। ਬਿਨਾ ਬਿਲੋਕੇ ਬੇਹਬਲ ਰਾਉ, ਮਹਾਰਾਜ ਤੋਂ ਬਿਨਾਂ ਦੇਖੇ ਤੋਂ ਜਿਹੜਾ ਰਾਜਾ ਬੜਾ ਬੇਬਲ ਜਾਂ ਵਿਆਕਲ ਜਿਹਾ ਹੋ ਗਿਆ ਹੈ। ਧਰਨ ਗਿਰਿਓ ਤਾਨ ਸੁਧ ਨਹਿ ਕਾਉ, ਆ ਗਸੀ ਖਾ ਕੇ ਧਰਤੀ ਤੇ ਡਿੱਗ ਪਿਆ, ਸਰੀਰ ਨੂੰ ਕੋਈ ਹੋਸ਼ ਵੋਸ਼ ਨਹੀਂ ਰਹੀ। ਲੱਗੀ ਮਿਰਤਕਾ ਅੰਗਨ ਮਾਹੀ, ਆ ਧਰਤੀ ਤੇ ਡਿੱਗਿਆ, ਸਰੀਰ ਦੇ ਅੰਗਾਂ ਨਾਲ ਬੜੀ ਮਿੱਟੀ ਜੀ ਲੱਗ ਗਈ ਇਸ ਦੇ। ਲੀਨ ਉਚਾਏ ਸੇਵਕਨ ਤਾਹੀ, ਜਿਹੜੇ ਦੇ ਨੌਕਰ ਚਾਕਰ ਉਹਨਾਂ ਨੇ ਝਟਪਟ ਰਾਜੇ ਨੂੰ ਚੁੱਕ ਲਿਆ ਹੈ। ਪਹੁੰਚ ਅੰਗ ਕਰ ਪੌਨ ਚੁਲਾਈ, ਇਹਦੇ ਅੰਗ ਜੇ ਸਾਫ਼ ਕੀਤੇ ਹਨ ਤੇ ਹਵਾ ਜੀ ਚੱਲੀ ਹੈ ਸੇਵਕਾਂ ਨੇ। ਚੇਤਨ ਤਾ ਭੂਪਤ ਤਨ ਆਈ, ਫਿਰ ਰਾਜੇ ਦੇ ਸਰੀਰ ਦੇ ਅੰਦਰ ਕਹਿੰਦੇ ਚੇਤਨਤਾਈ ਹੋਸ਼ ਜੀ ਆ ਗਈ ਹੈ। ਬੋਲਿਓ ਬਾਣੀ ਹੋਏ ਸ਼ੋਕਾ, ਫਿਰ ਉਸ ਵੇਲੇ ਸ਼ੋਕ ਸੇ ਸਹਿਤ ਹੋ ਕੇ ਇਸ ਤਰ੍ਹਾਂ ਦਾ ਬਚਨ ਬੋਲਿਆ ਰਾਜਾ। ਕਿਤ ਗਏ ਸ੍ਰੀ ਨਾਨਕ ਸੁਖ ਓਕਾ, ਇਹ ਗੁਰੂ ਨਾਨਕ ਸਾਹਿਬ ਸੁਖਾਂ ਦੇ ਘਰ ਤੁਸੀਂ ਕਿੱਧਰ ਚਲੇ ਗਏ ਹੋ। ਜਿਨ ਕੇ ਦਰਸ਼ਨ ਤੀਨੋ ਤਾਪਾ, ਸਾਹਿਬ ਜੀ ਦੇ ਦਰਸ਼ਨ ਮਹਾਰਾਜ ਤਿੰਨਾਂ ਤਾਪਾਂ ਨੂੰ। ਤਨਕ ਬਿਲੋਕਤ ਹੋਵਤ ਖਾਪਾ, ਆਪ ਜੀ ਦੇ ਵੇਖਣ ਨਾਲ ਤਿੰਨੇ ਤਾਪ ਝਾਟੀ ਨਾਸ ਹੋ ਜਾਂਦੇ। ਕਿਤਕ ਦਿਵਸ ਕੀ ਲੱਗੀ ਉਡੀਕਾ, ਗੁਰੂ ਨਾਨਕ ਸਾਹਿਬ ਜੀ ਕੁਝ ਦਿਨਾਂ ਤੋਂ ਆਪ ਜੀ ਦੇ ਆਉਣ ਦੀ ਮੈਨੂੰ ਉਡੀਕ ਲੱਗ ਰਹੀ ਸੀ। ਆਪ ਪ੍ਰਾਪਤ ਭਾ ਸੁਖ ਮਮ ਜੀ ਕਾ, ਤੁਸੀਂ ਆ ਗਏ ਸੀ ਤੇ ਮਹਾਰਾਜ ਮੈਨੂੰ ਜੀ ਦੇ ਵਿੱਚ ਦਿਲ ਦੇ ਵਿੱਚ ਬੜਾ ਸੁਖ ਪ੍ਰਾਪਤ ਹੋਇਆ ਸੀ। ਮੰਦ ਭਾਗ ਭਾ ਮੋਰ ਇਹ ਮਹਾਨਾ, ਗੁਰੂ ਨਾਨਕ ਸਾਹਿਬ ਜੀ ਮੇਰਾ ਬਹੁਤ ਮਾੜਾ ਭਾਗ ਜਾਗ ਆਇਆ ਹੈ। ਭਏ ਸਪਦ ਹੀ ਅੰਤਰ ਧਿਆਨਾ, ਇਸ ਮਾਰੇ ਇੱਕ ਵਾਰੀ ਦਰਸ਼ਨ ਦੇ ਕੇ ਬੜੀ ਛੇਤੀ ਤੁਸੀਂ ਅਲੋਪ ਹੋ ਗਏ ਹੋ। ਅਸ ਕਹਿ ਕਾਨਨ ਕੀ ਦਿਸ਼ ਦੌਰਾ, ਇਸ ਤਰ੍ਹਾਂ ਦੇ ਬਚਨ ਵਿਰਾਗ ਵਿੱਚ ਕਹਿੰਦਾ ਹੋਇਆ ਜੰਗਲ ਦੀ ਤਰਫ। ਪ੍ਰੇਮ ਪਰਬਲ ਨੇ ਕੀਨੋ ਬੌਰਾ, ਬਹੁਤੇ ਪ੍ਰੇਮ ਨੇ ਕਹਿੰਦੇ ਨੂੰ ਮਸਤਾਨਾ ਦਵਾਨਾ ਜਾ ਕਰ ਦਿੱਤਾ ਹੈ। ਆਰਤ ਹੋਏ ਪੁਕਾਰਤ ਭਾਰੀ, ਬਹੁਤਾ ਦੁਖੀ ਹੋ ਕੇ ਬਹੁਤਾ ਪੁਕਾਰਦਾ ਉੱਚੀ ਉੱਚੀ ਬੋਲਦਾ ਹੈ। ਪ੍ਰਾਨ ਨਾਥ ਮਿਲਿਏ ਇੱਕ ਬਾਰੀ, ਮੇਰੇ ਪ੍ਰਾਣਾਂ ਦੇ ਮਾਲਕ ਇੱਕ ਵਾਰੀ ਤਾਂ ਗੁਰੂ ਨਾਨਕ ਸਾਹਿਬ ਜ਼ਰੂਰ ਮੈਨੂੰ ਮਿਲ ਗਏ ਜੁੜ ਗਏ। ਦੌਰ ਦੌਰ ਸੁਧ ਹੇਤ ਮੁਕੰਦਾ, ਆਏ ਦੌੜ ਦੌੜ ਕੇ ਮਹਾਰਾਜ ਮੁਕਤੀ ਦਾਤੇ ਦੀ ਖਬਰ ਲੈਣ ਵਾਸਤੇ। ਬੂਝਤ ਬਿਪਟ ਬਿਹੰਗਨ ਬ੍ਰਿੰਦਾ, ਕਿਤੇ ਪੰਛੀਆਂ ਤੋਂ ਪੁੱਛਦਾ, ਕਿਤੇ ਪਰਸ਼ੀਆਂ ਜਿਹੜੇ ਕੋਈ ਬਿਰਸ਼ਾ ਉਹਨਾਂ ਸਮੂਹਾਂ ਤੋਂ ਪੁੱਛਦਾ ਹੈ। ਗਿਰਵਰ ਸਰਵਰ ਹੈ ਕਰ ਤੀਰਾ, ਕਿਤੇ ਪਹਾੜਾਂ ਦੇ ਕੋਲ ਜਾ ਕੇ ਪੁੱਛਦਾ ਹੈ, ਕਿਤੇ ਸਰੋਵਰ ਦੇ ਪਾਸ ਹੋ ਕੇ ਪੁੱਛਦਾ ਹੈ। ਤੁਮ ਦੇਖਿਓ ਕਿਤ ਗੁਨੀ ਗਹੀਰਾ, ਜਿਹੜੇ ਗੁਣਾਂ ਦੇ ਗਹੀਰਾ ਸਮੁੰਦਰ ਗੁਰੂ ਨਾਨਕ ਸਾਹਿਬ ਤੁਸਾਂ ਨੇ ਕਿਸੇ ਨੇ ਦੇਖਿਆ ਹੈ। ਬੋਲਿਓ ਬਿਕਲ ਬਚਨ ਬੋਲਿਓ ਬਨ ਮਾਹੀ, ਉਸ ਵੇੜੇ ਜੰਗਲ ਦੇ ਵਿੱਚ ਬੜੇ ਵਿਆਕਲਵਾਦ ਵਾਲੇ ਬਚਨ ਜੇ ਬੋਲਿਆ ਹੈ। ਕਿਹ ਅਸਥਾਨ ਬਿਲੋਕੇ ਨਾਹੀ, ਕਿਸੇ ਸਥਾਨ ਤੇ ਵੀ ਸਤਿਗੁਰੂ ਨੇ ਇਹਨੂੰ ਦੇਖਿਆ ਨਹੀਂ ਹੈ। ਸਵੇਦ ਅੰਗ ਪੁਨ ਲੋਚਨ ਨੀਰਾ, ਫਿਰ ਇਸ ਤਰ੍ਹਾਂ ਅੰਗਾਂ ਤੇ ਮੁੜਕਾ ਆ ਗਿਆ, ਨੇਤਰਾਂ ਵਿੱਚ ਉਹਦੇ ਪਾਣੀ ਆ ਰਿਹਾ ਹੈ। ਸਰਬ ਭੀਗ ਗਏ ਚੀਰ ਸਰੀਰਾ, ਜਿਸ ਕਰਕੇ ਸਾਰੇ ਜਿਹੜੇ ਕੱਪੜੇ ਆ ਮੁੜ ਕੇ ਨਾਲੇ ਦੇ ਭਿੱਜ ਗਏ ਹਨ। ਗਿਰਿਓ ਧਰਨ ਪਰ ਹੋਇ ਮੂਰਛਾਈ, ਉਸ ਵੇਲੇ ਧਰਤੀ ਦੇ ਉੱਪਰ ਮੂਰਛਿਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ ਹੈ। ਤਬ ਪ੍ਰਗਟੇ ਸ੍ਰੀ ਗੁਰ ਜਗ ਸਾਈ, ਜਗਤ ਦੇ ਮਾਲਕ ਤਦੋਂ ਪ੍ਰਗਟ ਹੋ ਗਏ ਹਨ। ਮੰਦ ਮੰਦ ਕਰ ਪਵਨ ਚੁਲਾਵਾ, ਇਸ ਤਰ੍ਹਾਂ ਹੌਲੀ ਹੌਲੀ ਕਰਕੇ ਇਸਨੇ ਸਤਿਕਾਰ ਨਾਲ ਫਿਰ ਉਹ ਸੇਵਕਾਂ ਨੇ ਪੱਖਾ ਜਾ ਚੱਲਿਆ ਇਸ ਨੂੰ। ਪਹੁੰਚ ਬਦਨ ਕੋ ਨੀਰ ਚੁਵਾਵਾ, ਇਸ ਤਰ੍ਹਾਂ ਕਹਿੰਦੇ ਇਹਦਾ ਮੁਖ ਸਾਫ਼ ਕੀਤਾ ਤੇ
ਮੂੰਹ ਦੇ ਵਿੱਚ ਪਾਣੀ ਜਾ ਪਾਇਆ ਹੈ। ਭੀ ਧਨ ਕੀ ਸੁਧ ਪੁਨ ਅਵਨੀਪਾ। ਫਿਰ ਰਾਜੇ ਨੂੰ ਉਸ ਵੇਲੇ ਸਰੀਰ ਦੀ ਕੁਝ ਹੋਸ਼ ਜੀ ਆਈ ਹੈ। ਪ੍ਰੀਤਮ ਦੇਖੇ ਖਰੇ ਸਮੀਪਾ। ਮੇਰੇ ਪਿਆਰੇ ਪ੍ਰੀਤਮ ਸਤਿਗੁਰੂ ਆ ਦੇਖਿਆ ਵੀ ਪਾਸੀ ਖੜੋਤੇ ਹੋਏ। ਪਾਇਨ ਭਰਿਓ ਉਤਾਇਲ ਕਰਕੇ। ਉਸੇ ਵੇਲੇ ਬੜੀ ਕਾਹਲੀ ਕਰਕੇ ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ ਹੈ। ਉਮਗ ਆਨੰਦ ਰਹਿਓ ਘਰ ਭਰ ਕੇ। ਇਸ ਤਰ੍ਹਾਂ ਐਸਾ ਆਨੰਦ ਉਛਲਿਆ ਤੇਰਾ ਗਲਾ ਭਰ ਰਿਹਾ ਹੈ। ਧਰਮਸਾਲ ਮੈਂ ਸਿਰਜੀ ਸੁਆਮੀ। ਫਿਰ ਕਹਿਣ ਲੱਗਾ ਹੈ ਸਵਾਮੀ ਗੁਰੂ ਨਾਨਕ ਸਾਹਿਬ ਆਪਦੇ ਕਹਿਣ ਕਰਕੇ ਵੀ ਧਰਮਸ਼ਾਲਾ ਮੈਂ ਬਣਾ ਲਈ। ਤੁਮ ਕਿਤ ਗਮਨੇ ਅੰਤਰ ਜਾਮੀ। ਇਹ ਦਿਲਾਂ ਦੀ ਜਾਣਨ ਵਾਲੇ ਸਤਿਗੁਰੂ ਤੁਸੀਂ ਕਿੱਧਰ ਚਲੇ ਗਏ ਸੀ ਇਸ ਬਾਗ ਵਿੱਚੋਂ। ਅਬ ਚੱਲ ਕਰੀਏ ਨਗਰ ਪਵਿੱਤਰਾ। ਮਹਾਰਾਜ ਚੱਲ ਕੇ ਮੇਰਾ ਜਿਹੜਾ ਸ਼ਹਿਰ ਹੈ ਇਹਨੂੰ ਪਵਿੱਤਰ ਕਰ ਦਈਏ। ਵੈਸ ਰਾਜੀਏ ਭਵਨ ਵਿਚਿਤਰਾ। ਆ ਮਹਾਰਾਜ ਜਿਹੜਾ ਚਰਿਤਰਾਂ ਦਾ ਸੋਹਣਾ ਘਰ ਬਣਿਆ ਇਹਦੇ ਵਿੱਚ ਬੈਠ ਕੇ ਸੁਸ਼ੋਭਿਤ ਹੋਈਏ ਜੀ। ਬਿਨੈ ਸਨੀ ਸਰੋਨਨ ਸੁਨ ਬਾਣੀ। ਉਸ ਵੇਲੇ ਬੇਨਤੀ ਨਾਲ ਬਿਣੀ ਹੋਈ ਜਿਹੜੀ ਬਾਣੀ ਹੈ ਕੰਨਾਂ ਵਿੱਚ ਸਤਿਗੁਰਾਂ ਨੇ ਸੁਣ ਕੇ। ਨਿਰਪਤ ਸੰਗ ਗਬਨੇ ਗਤ ਦਾਨੀ। ਮੁਕਤੀ ਦਾਤੇ ਸ਼ਿਮਨਾਵ ਰਾਜੇ ਦੇ ਨਾਲ ਟੁਰ ਪਏ ਚੱਲ ਪਏ। ਧਰਮਸਾਲ ਮਹਿ ਰੁਚਿਰ ਪ੍ਰਿਯੰਕਾ। ਉਸ ਵੇਲੇ ਜਿਹੜਾ ਧਰਮਸ਼ਾਲਾ ਉਹਦੇ ਵਿੱਚ ਜਿਹੜਾ ਸੋਹਣਾ ਪਣ ਗਡਾਇਆ ਹੋਇਆ ਸੀ। ਤਹ ਬੈਸਾਏ ਬਦਨ ਮਯੰਕਾ। ਉਹਨਾਂ ਦਾ ਪੂਰਨਮਾਸੀ ਦੇ ਚੰਦਰਮਾ ਵਰਗਾ ਮੁਖ ਹੈ। ਐਸੇ ਸਤਿਗੁਰਾਂ ਨੂੰ ਪਣਗ ਉੱਪਰ ਅਦਬ ਸਤਿਕਾਰ ਨਾਲ ਬਿਠਾਇਆ ਰਾਜੇ ਨੇ। ਸਗਰੇ ਨਗਰ ਵਢਾਏ ਉਛਾਹਾ। ਫਿਰ ਸਾਰੇ ਸ਼ਹਿਰ ਦੇ ਵਿੱਚ ਬੜਾ ਭਾਰੀ ਉਤਸ਼ਾਹ ਵਧਾਇਆ ਇਸ ਨੇ। ਦਰਸ਼ਨ ਹਿਤ ਨਰ ਨਾਰ ਉਮਾਹਾ। ਜਿੰਨੇ ਮਾਈ ਭਾਈ ਹੈ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੜੇ ਉਤਸ਼ਾਹ ਸਹਿਤ ਚੱਲ ਕੇ ਆਏ ਹਨ। ਪਾਇਨ ਨਿਕਟ ਉਪਾਇਨ ਧਰਹੀ। ਮਹਾਰਾਜ ਦੇ ਚਰਨਾਂ ਦੇ ਪਾਸ ਆ ਕੇ ਭੇਟਾਂ ਰੱਖਦੇ। ਹਾਥ ਜੋੜ ਕੇ ਬੰਦਨ ਕਰਹੀ। ਦੋਵੇਂ ਹੱਥ ਜੋੜ ਕੇ ਮਾਈ ਭਾਈ ਮਹਾਰਾਜ ਨੂੰ ਮੱਥੇ ਟੇਕ ਰਹੇ ਨਮਸਕਾਰਾਂ ਕਰ ਰਹੇ। ਮੰਜੁਲ ਫੂਲਨ ਅੰਜੁਲ ਡਾਰ ਹੈ। ਚਿੱਟੇ ਰੰਗ ਦੇ ਜਿਹੜੇ ਫੁੱਲ ਆ ਉਹਨਾਂ ਦੇ ਬੁੱਕ ਜੇ ਭਰ ਭਰ ਕੇ ਸਤਿਗੁਰਾਂ ਦੇ ਉੱਪਰ ਦੀ ਬਰਸਾਉਂਦੇ ਹਨ। ਚਰਚਾ ਚੰਦਨ ਧੂਪ ਤੁਕਾਰ ਹੈ। ਚੰਦਨਾਲਕ ਖੁਸ਼ਬੂਆਂ ਛਿੜਕਦੇ ਆ ਧੂਫਾਂ ਤਖਾਉਂਦੇ ਇਰਦ ਗਿਰਦ। ਅਤ ਉਤਸਵ ਸੋ ਪੁਰ ਭਾ ਪੂਰਨ। ਇਸ ਤਰ੍ਹਾਂ ਬੜੇ ਕਹਿੰਦੇ ਜਿਹੜਾ ਸ਼ਹਿਰ ਹੈ ਉਤਸ਼ਾਹ ਦੇ ਨਾਲ ਭਰ ਗਿਆ ਪੂਰਾ। ਕੀਰਤ ਪਸਰੀ ਪਾਵਨ ਰੂਰਨ। ਗੁਰੂ ਮਹਾਰਾਜ ਦੀ ਸੁੰਦਰ ਤੇ ਪਵਿੱਤਰ ਜਿਹੜੀ ਮਹਿਮਾ ਵਡਿਆਈ ਉਹ ਫੈਲ ਗਈ ਹਰ ਪਾਸੇ। ਚੰਦ ਕਲਾਲੇ ਰਾਨੀ ਸੰਗਾ। ਉਸ ਵੇਲੇ ਸ਼ਿਵਨਾਵ ਰਾਜੇ ਨੇ ਚੰਦਰ ਕਲਾ ਨਾਮ ਦੀ ਜਿਹੜੀ ਰਾਣੀ ਉਹਨੂੰ ਨਾਲ ਲੈ ਕੇ ਆਵਾ ਭੂਪਤ ਹਿਰਦੇ ਉਮੰਗਾ। ਹਿਰਦੇ ਵਿੱਚ ਬੜਾ ਉਤਸ਼ਾਹ ਧਾਰ ਕੇ ਆਪਣੀ ਚੰਦਰ ਕਲਾ ਰਾਣੀ ਸਹਿਤ ਆਇਆ ਹੈ। ਪੂਜਾ ਕੀਨ ਖੋੜਸ ਪ੍ਰਕਾਰਾ। 16 ਪ੍ਰਕਾਰ ਕਰਕੇ ਮਹਾਰਾਜ ਦੀ ਪੂਜਾ ਕੀਤੀ। ਕੰਚਨ ਥਾਰ ਹਾਥ ਨਿਜ ਧਾਰਾ। ਸੋਨੇ ਦਾ ਹਾਲ ਜਿਹੜਾ ਹੱਥ ਵਿੱਚ ਰਾਜੇ ਨੇ ਲਿਆ ਪੂਜਾ ਕਰਨ ਸਮੇਂ। ਬਾਰ ਚੌਮੁਖੇ ਤਾ ਮਹਿ ਦੀਪਾ। ਉਹ ਸੋਨੇ ਦੇ ਥਾਲ ਵਿੱਚ 4-4 ਮੂੰਹਾਂ ਵਾਲੇ ਦੀਵੇ ਜਗਾ ਕੇ ਕਰੀ ਆਰਤੀ ਪੁਨ ਅਵਨੀਪਾ। ਇਸ ਤਰ੍ਹਾਂ ਮਹਾਰਾਜੇ ਨੇ ਪ੍ਰਾਣੀ ਨਾਲ ਮਿਲ ਕੇ ਮਹਾਰਾਜ ਦੀ ਆਰਤੀ ਕੀਤੀ। ਜੈ ਜੈ ਧੁਨ ਧਰਮਸ਼ਾਲਾ ਪੂਰੀ। ਜਿਹੜੀ ਹੈ ਧਰਮਸ਼ਾਲਾ ਇਹਦੇ ਵਿੱਚ ਜੈ ਹੋਵੇ ਗੁਰੂ ਨਾਨਕ ਸਾਹਿਬ ਦੀ ਜੈ ਹੋਵੇ ਆਵਾਜ਼ ਭਰ ਗਈ। ਹੋਏ ਦੀਨ ਬਿਨਤੀ ਕਹਿਰੂਰੀ। ਬਹੁਤ ਹੀ ਦੀਨ ਆਜ ਨਿਮਾਣਾ ਹੋ ਕੇ ਸੋਹਣੀ ਬੇਨਤੀ ਕਹਿਣ ਲੱਗਿਆ ਕਰਨ ਲੱਗਿਆ ਹੈ। ਓ ਪ੍ਰਭ ਮੁਝ ਹੈ ਸਨਾਥ ਕਰੀਜੈ। ਇਹ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਮੈਨੂੰ ਕਹਿੰਦੇ ਨਾਲ ਸਹਿਤ ਕਰ ਲਈਏ ਆਪਣਾ ਬਣਾ ਲਈਏ। ਚਰਨ ਸ਼ਰਨ ਕੋ ਪਰ ਨਾ ਦੀਜੈ। ਆਪਣੇ ਚਰਨਾਂ ਦੀ ਸ਼ਰਨ ਦਾ ਮੈਨੂੰ ਆਪਣਾ ਆਸਰਾ ਬਖਸ਼ ਦਈਏ ਜੀ। ਕਰਹੁ ਆਪਨ ਬਰ ਉਪਦੇਸ਼ੂ। ਤੇ ਆਪ ਆਪਣਾ ਜਿਹੜਾ ਸੋਹਣਾ ਉਪਦੇਸ਼ ਉਹ ਵੀ ਮੈਨੂੰ ਮਹਾਰਾਜ ਦੇਣਾ ਕਰੋ ਅੱਜ। ਜਿਹ ਤੇ ਮਿਟ ਹੈ ਜਗਤ ਕਲੇਸ਼ੂ। ਇਸ ਉਪਦੇਸ਼ ਨੂੰ ਕਰਾਉਣ ਕਰਕੇ ਸੰਸਾਰ ਦੇ ਜਿੰਨੇ ਕਲੇ ਰਗੜੇ ਝਗੜੇ
ਹੈ। ਜਾਂ 5 ਤਰ੍ਹਾਂ ਦੇ ਕਲੇਸ਼ ਵਿਦਿਆ ਸੰਪਤਾ ਵੀ ਮਨੇਸ਼ ਰਾਗ ਦਵੈਸ਼ 5 ਕਲੇਸ਼ ਮਿਟ ਜਾਣ। ਸਰਬ ਦੇਸ਼ ਕੋ ਕਰਹੁ ਕਿਰਤਾਰਥ ਸਾਰੇ ਇਲਾਕੇ ਵਿੱਚ ਫਿਰ ਤੱਕੇ ਮਹਾਰਾਜ ਨੂੰ ਸਫਲ ਕਰੋ, ਨਿਹਾਲ ਕਰੋ ਜੀ। ਤੁਮ ਬਚਨਨ ਮਹਿ ਚਤੁਰ ਪਦਾਰਥ ਕਿਉਂਕਿ ਤੁਹਾਡੇ ਮੋਲਕ ਬਚਨਾਂ ਵਿੱਚ ਚਾਰੇ ਪਦਾਰ ਨਿਵਾਸ ਕਰ ਰਹੇ। ਅਸ ਪ੍ਰਕਾਰ ਕੀ ਬਿਨਤੀ ਸੁਨ ਕੈ ਇਸ ਤਰ੍ਹਾਂ ਇਹ ਸ਼ਿਵਰਾਮ ਰਾਜੇ ਦੀ ਕੀਤੀ ਹੋਈ ਬੇਨਤੀ ਨੂੰ ਸੁਣ ਕੇ ਬੋਲੇ ਦਿਆਲ ਬਿਰਦ ਨਿਜ ਗੁਣ ਕੈ ਮਹਾਰਾ ਆਪਣਾ ਦਿਆਲੂ ਸੁਭਾਅ ਵਾਲਾ ਜਿਹੜਾ ਪਰਨਿਜਮਾਂ ਨੂੰ ਵਿਚਾਰ ਕੇ ਬੋਲੇ। ਮਨ ਕੋ ਰੋਕਨ ਨਿਰਮਲ ਕਰਨ ਮਹਾਰਾ ਕਹਿੰਦੇ ਸ਼ਿਵਰਾਮ ਜਿਹੜਾ ਮਨ ਨੂੰ ਰੋਕ ਕੇ ਰੱਖਣਾ ਹੈ ਤੇ ਮਨ ਨੂੰ ਮੈਲ ਤੋਂ ਰਹਿਤ ਕਰਨਾ ਹੈ। ਯਹੀ ਉਪਾਵ ਕਲੇਸ਼ਨ ਹਰਨ ਇਹ ਕਹਿੰਦੇ ਕਲੇਸ਼ਾਂ ਨੂੰ ਰਗੜਿਆਂ ਝਗੜਿਆਂ ਨੂੰ ਨਾਸ਼ ਕਰਨ ਵਾਲਾ ਅਸਰੀ ਉਪਰਾਲਾ ਹੀਲਾ ਹੈ। ਮਨ ਨੂੰ ਰੋਕ ਕੇ ਰੱਖਣਾ ਤੇ ਮਨ ਨੂੰ ਨਿਰਮਲ ਰੱਖਣਾ। ਤਾਂ ਕੀ ਜਾਣਹੁ ਹੈ ਬਿਦ ਦੋ ਉਹ ਮਨ ਨੂੰ ਰੋਕ ਕੇ ਰੱਖਣਾ, ਮਨ ਨੂੰ ਨਿਰਮਲ ਕਰਨਾ ਕਹਿੰਦੀਆਂ ਉਹਨੂੰ ਇਹਦੀਆਂ ਕਹਿੰਦੇ 2 ਤਰੀਕੇ ਹਨ। ਵੇਦ ਸੰਤ ਪੁਨ ਭਾਖਤ ਸੋ ਜਿਹੜੇ ਵੇਦ ਹੈ ਗਿਆਨ ਦੇ ਪੁਸਤਕ ਉਹ ਵੀ ਕਹਿੰਦੇ ਪੁਨਾ ਜਿਨ੍ਹਾਂ ਨੇ ਕਮਾਈ ਕੀਤੀ ਹੈ ਸਵਾਸ ਸਿਮਰਨ ਕਰਦੇ ਸੰਤ ਉਹ ਵੀ ਇਹ ਕਹਿੰਦੇ ਵੀ 2 ਤਰੀਕੇ ਆ ਮਨ ਨੂੰ ਰੋਕਣ ਤੇ ਮਨ ਨੂੰ ਨਿਰਮਲ ਕਰਨ ਵਾਸਤੇ। ਜੋ ਹੋਵੈ ਤੁਝ ਪਾਸ ਸੁਖਾਰ ਉਹਨਾਂ ਤਰੀਕਿਆਂ ਵਿੱਚੋਂ ਉਪਰਾਲਿਆਂ ਵਿੱਚੋਂ ਤੇਰੇ ਪਾਸੋਂ ਜਿਹੜਾ ਸੁਖੈਨ ਹੋ ਸਕੇ ਸੋ ਕਰੀਏ ਨੀਕੇ ਨਿਰਧਾਰ ਉਹ ਵੀ ਨਿਰਣਾ ਕਰਕੇ ਚੰਗੀ ਤਰ੍ਹਾਂ ਉਪਰਾਲਾ ਹੀਲਾ ਸਾਧਨ ਕਰ ਲਈਏ। ਸੁਨ ਸ਼ਿਵ ਨਾਭ ਬੰਦ ਦ્વੈ ਹੱਥ ਇਸ ਤਰ੍ਹਾਂ ਜਿਆਦਾ ਸੁਣ ਕੇ ਦੋਵੇਂ ਹੱਥ ਬੰਨ ਕੇ ਚਰਨ ਕਮਲ ਪਰ ਧਰ ਕਰ ਮਾਥਾ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਆਪਣਾ ਮੱਥਾ ਰੱਖ ਕੇ ਸੀਸ ਰੱਖ ਕੇ ਕਹਿਣ ਲੱਗਿਆ ਜੇ ਦ્વੈ ਵਿਦ ਕੇ ਕਹੇ ਉਪਾਈ ਮਹਾਰਾਜ ਜਿਹੜੇ ਕੋਈ ਇਹ ਮਨ ਨੂੰ ਰੋਕਣ ਵਾਸਤੇ ਮਨ ਨੂੰ ਨਿਰਮਲ ਕਰਨ ਵਾਸਤੇ 2 ਤਰ੍ਹਾਂ ਦੇ ਵੀ ਢੰਗ ਤਰੀਕੇ ਕਹੇ ਹੋਏ ਉਪਰਾਲੇ ਕਹੇ ਕਰ ਬਿਥਾਰ ਸੋ ਦੇਹੋ ਸੁਨਾਈ ਦੋਵੇਂ ਉਪਰਾਲੇ ਹੀਲੇ ਤਰੀਕੇ ਮਾਰਾ ਵਿਸਥਾਰ ਕਰਕੇ ਚੰਗੀ ਤਰ੍ਹਾਂ ਖੋਲ ਕੇ ਮੈਨੂੰ ਸੁਣਾ ਦੇ। ਭੋ ਰਾਜਨ ਜੋ ਦ્વੈ ਪ੍ਰਕਾਰ ਗੁਰੂ ਮਹਾਰਾ ਬੋਲੇ ਹੇ ਰਾਜਨ ਜਿਹੜੇ 2 ਤਰ੍ਹਾਂ ਦੇ ਉਪਰਾਲੇ ਹੀਲੇ ਹੈ ਤਰੀਕੇ ਹੈ ਸੋ ਉਚਰਤ ਹਾਂ ਕਰ ਵਿਸਥਾਰ ਕਹਿੰਦੇ ਤੇਰੇ ਕਹਿਣ ਕਰਕੇ ਲੈ ਅਸੀਂ ਉਹ ਸਾਰੇ ਵਿਸਥਾਰ ਸਹਿਤ ਹੀ ਤੈਨੂੰ ਕਹਿ ਦਿੰਨੇ ਉਚਾਰ ਦਿੰਨੇ ਦੱਸ ਦਿੰਨੇ। ਕਸ਼ਟ ਜੋਗ ਇੱਕ ਭਗਤ ਜੋਗ ਸੁਨ ਇੱਕ ਤਾਂ ਉਪਰਾਲਾ ਹੀਲਾ ਹੈ ਕਹਿੰਦੇ ਹਠ ਯੋਗ ਦਾ ਇਹ ਵਿਧੀ ਇੱਕ ਹੈ ਭਗਤੀ ਯੋਗ ਭਗਤੀ ਕਰਦਿਆਂ ਪਰਮੇਸ਼ਰ ਵਿੱਚ ਜੁੜੇ ਰਹਿਣਾ। ਇਨ ਦੋਨੋਂ ਤੇ ਹੋਇਆ ਨਿਰਮਲ ਤਨ ਇਹ ਭਗਤੀ ਕਰਕੇ ਜੁੜਨਾ ਜਾਂ ਹਠ ਯੋਗ ਕਰਕੇ ਜੁੜਨਾ ਉਹਦੇ ਵਿੱਚ ਇਹਨਾਂ ਕਰਕੇ ਕਹਿੰਦੇ ਜਿਹੜਾ ਤਨ ਕੀ ਹੈ ਸੂਖਮ ਮਨ ਨਿਰਮਲ ਹੁੰਦਾ ਤੇ ਮਨ ਰੁਕ ਜਾਂਦਾ ਹੈ। ਪ੍ਰਥਮ ਕਸ਼ਟ ਜੋ ਜੋਗ ਬਖਾਨਾ ਪਹਿਲਾ ਜਿਹੜਾ ਉਪਰਾਲਾ ਹੀਲਾ ਹੈ ਹਠ ਯੋਗ ਦਾ ਜੋ ਕਿਹਾ ਜਾਂਦਾ ਅਸ਼ਟ ਅੰਗ ਤਾਂ ਕੇ ਸੁਨ ਕੰਨ ਜਿਹੜਾ ਕਸ਼ਟ ਜੋ ਕੋ ਵੀ ਔਖੇ ਹੋ ਕੇ ਦੁਖੀ ਹੋ ਕੇ ਜਿਹੜਾ ਕੀਤਾ ਜਾਏ ਉਹਨੂੰ ਹਠ ਯੋਗ ਕਿਹਾ ਜਾਂਦਾ ਜਾਂ ਕਸ਼ਟ ਯੋਗ ਕਹਿੰਦੇ। ਉਸ ਹਠ ਯੋਗ ਦੇ ਅੱਗੇ 8 ਅੰਗ ਹਨ, 8 ਹਿੱਸੇ ਹੈ, 8 ਭਾਗ ਹਨ ਉਸਦੇ। ਯਮ ਅਰ ਨੇਮ ਇਕੰਤੰਗ ਦੇਸ਼ੂ 8 ਭਾਗ ਕਿਹੜੇ 8 ਅੰਗ ਹਿੱਸੇ ਕਿਹੜੇ ਹੈ? ਪਹਿਲਾ ਕਹਿੰਦੇ ਯਮ ਹੈ, ਦੂਜਾ ਨੇਮ ਹੈ, ਤੀਜਾ ਇਕਾਂਤ ਦੇਸ਼ ਆਸਨ ਪ੍ਰਾਣਾਯਾਮ ਸੰਦੇਸ਼ੂ ਚੌਥਾ ਕਹਿੰਦੇ ਆਸਣ ਹੈ, ਪੰਜਵਾਂ ਪ੍ਰਾਣਾਯਾਮ ਹੈ ਬੜੇ ਚੰਗੇ ਸਥਾਨ ਵਾਲਾ, ਧਿਆਨ ਧਾਰਨ ਅਸ਼ਟ ਸਮਾਧ ਛੇਵਾਂ ਹੈ ਧਿਆਨ ਤੇ ਸੱਤਵਾਂ ਧਾਰਨਾ ਤੇ 8ਵੀਂ ਹੈ ਸਮਾਧੀ। ਪਾਏ ਪਰਮ ਪਦ ਇਨ ਕੋ ਸਾਧ ਇਹ ਜਿਹੜੇ ਯੋਗ ਦੇ 8 ਅੰਗ ਹਨ 8 ਹਿੱਸੇ ਇਹਨਾਂ ਨੂੰ ਪਾ ਕੇ ਕਹਿੰਦੇ ਤੇ ਸਾਧ ਕੇ ਮਨੁੱਖ ਪਰਮ ਪਦਵੀ ਨੂੰ ਉੱਚੇ ਉਹਦੇ ਨੂੰ ਪਾ ਲੈਂਦਾ ਹੈ। ਪ੍ਰਿਥਮੇ ਯਮ ਸੋ 10 ਪ੍ਰਕਾਰ ਪਹਿਲਾ ਕਹਿੰਦੇ ਜਿਹੜਾ ਯੋਗ ਦਾ ਹਿੱਸਾ ਹੈ ਨਾ ਜਾਮ ਹੈ ਉਹ ਜਿਹੜਾ ਜਾਮ ਹੈ ਅੱਗੇ ਕਹਿੰਦੇ 10 ਤਰ੍ਹਾਂ ਦਾ ਹੈ। ਲੱਛਣ ਤਿੰਨ ਕੋ ਕਰੂੰ ਬਿਥਾਰਾ ਉਹ ਜਿਹੜਾ 10 ਤਰ੍ਹਾਂ ਦਾ ਜਾਮ ਹੈ ਉਹਦੇ ਜਿਹੜੇ ਚਿੰਨ੍ਹ ਹੈ ਤੈਨੂੰ ਵਿਸਥਾਰ ਸਹਿਤ ਅਸੀਂ ਉਚਾਰਨ ਕਰਦੇ ਹਾਂ ਦੱਸਦੇ ਹਾਂ। ਦੋਹਰਾ ਏਕ ਅਹਿੰਸਾ ਜਾਨੀਏ ਇੱਕ
ਤਾਂ ਕਹਿੰਦੇ ਅਹਿੰਸਾ ਨਾਮ ਦਾ ਜਿਹੜਾ ਜਾਮੈ ਜਾਣ ਲਈਏ। ਮਨ ਬਚ ਕਾਇਆ ਤੀਨ। ਜਿਹੜਾ ਅਹਿੰਸਾ ਨਾਮ ਦਾ ਜਾਮ ਉਹ ਅੱਗੇ ਤਿੰਨ ਤਰ੍ਹਾਂ ਦਾ ਹੋ ਜਾਂਦਾ ਹੈ। ਉਹ ਕਹਿੰਦੇ ਇੱਕ ਮਨ ਕਰਕੇ ਹਿੰਸਾ ਹੁੰਦੀ ਹੈ, ਇੱਕ ਜ਼ੁਬਾਨ ਕਰਕੇ ਹਿੰਸਾ ਹੁੰਦੀ ਹੈ, ਇੱਕ ਸਰੀਰ ਕਰਕੇ ਹੁੰਦੀ ਹੈ। ਤਿੰਨ ਤਰ੍ਹਾਂ ਦੀ ਹਿੰਸਾ ਹੁੰਦੀ ਹੈ। ਪਰ ਕੋ ਬੁਰਾ ਜ ਚਿਤਵਨ। ਜਿਹੜਾ ਕਹਿੰਦੇ ਦੂਜਿਆਂ ਦਾ ਮਾੜਾ ਸੋਚਣਾ ਵੀ ਇਹ ਐ ਹੋ ਜੇ, ਮਰ ਜੇ, ਮੁੱਕ ਜੇ, ਕੰਗਾਲ ਹੋ ਜੇ, ਲੁੱਟਿਆ ਫੁੱਟਿਆ ਜਦ ਮਗਰੋਂ ਲੈ ਜੇ, ਐਸਾ ਮਾੜਾ ਸੋਚੀ ਜਾਣਾ। ਮਨ ਕੀ ਹਿੰਸਾ ਚੀਨ। ਕਹਿੰਦੇ ਰਾਜਨ ਦੀ ਮਨ ਦੀ ਹਿੰਸਾ ਹੈ ਵੀ ਕਿਸੇ ਨੂੰ ਮਨ ਕਰਕੇ ਮਾੜਾ ਸੋਚਣਾ ਵੀ ਇਹਦਾ ਮਾੜਾ ਹੋ ਜੇ, ਇਹ ਮਨ ਦੀ ਹਿੰਸਾ ਹੈ। ਉਹ ਮਨ ਕਰਕੇ ਕਿਸੇ ਨੂੰ ਮਾਰਨਾ ਚਾਹਣਾ। ਚੌਪਈ ਫਿੱਕਾ ਬੋਲ ਦੁਖਾਏ ਹਨਾਵੇ। ਦੂਜੀ ਹਿੰਸਾ ਜ਼ਬਾਨ ਤੋਂ ਬੇਰਸਾ ਜਾ ਬੋਲ ਕੇ ਗਾਲਾਂ ਲੜਾਈ ਭੜਾਈ ਕਰਕੇ ਉਹਨੂੰ ਦੁਖੀ ਕਰਕੇ, ਜਾਂ ਇਸੇ ਤਾਂ ਵੀ ਤੂੰ ਮਰ ਜੇ, ਮੁੱਕ ਜੇ, ਲੈ ਜਾਏ, ਇਹੋ ਜਿਹਾ। ਹਿੰਸਾ ਬਚਨਨ ਕੀ ਕਹਿਲਾਵੇ। ਇਹ ਕਹਿੰਦੇ ਜ਼ਬਾਨ ਦੀ ਜਿਹੜੀ ਹਿੰਸਾ ਕਹਿਲਾਂਦੀ ਹੈ। ਤੀਜੀ ਮਾਰਨ ਜੀਵਨ ਕੇਰੀ। ਤੀਜਾ ਤਾਂ ਹੱਥਾਂ ਨਾਲ ਹੀ ਕਹਿੰਦੇ ਇਸ ਤਰ੍ਹਾਂ ਕੋਈ ਤਲਵਾਰ ਲੈ ਕੇ, ਸ਼ੁਰੂ ਲੈ ਕੇ ਜਿਹੜਾ ਜੀਵਾਂ ਨੂੰ ਮਾਰਨਾ, ਉਹ ਤੀਜੀ ਹਿੰਸਾ ਸਪਸ਼ਟ ਹੈਗੀ। ਤਿਆਗੈ ਇਨਕੋ ਹੋਇ ਬਿਨ ਦੇਰੀ। ਕਹਿੰਦੇ ਬਿਨਾਂ ਦੇਰੀ ਤੋਂ ਭਾਵ ਝੱਟੀ ਸੁਣ ਕੇ। ਤਿੰਨ ਤਰ੍ਹਾਂ ਦੀ ਜਿਹੜੀ ਹਿੰਸਾ ਹੈ, ਤਿੰਨ ਤਰ੍ਹਾਂ ਕਰਕੇ ਮਾਰਨਾ, ਮਨ ਕਰਕੇ ਬੁਰਾ ਕਰਨਾ, ਜ਼ੁਬਾਨ ਕਰਕੇ ਕਿਸੇ ਨੂੰ ਮਾੜਾ ਬੋਲਣਾ ਹੈ, ਸਰੀਰ ਕਰਕੇ ਕਿਸੇ ਡਾਂਗ ਡੂਸ ਹੈ, ਤੇ ਨੇਤਰਾਂ ਦੀ ਛੱਡ ਦੇਵੇ। ਦੁਤੀਏ ਸੱਚ ਉਚਾਰਨ ਨਿਰਭੈ। ਕਹਿੰਦੇ ਦੂਜਾ ਜਾਮੈ ਸੱਚ, ਉਹ ਹਮੇਸ਼ਾ ਕਹਿੰਦੇ ਸੱਚ ਬੋਲਣਾ ਨਿਭਾਵੇ। ਕਬਹੂ ਕੂਰ ਨਾ ਕਿਹ ਬਿਦ ਕਹੈ। ਕਦੇ ਵੀ ਕਿਸੇ ਢੰਗ ਨਾਲ ਕਹਿੰਦੇ ਜਿਵੇਂ ਮਰਜ਼ੀ ਹੋਵੇ ਝੂਠ ਨਾ ਕਹੇ, ਝੂਠ ਨਾ ਬੋਲੇ। ਤੀਜੇ ਹੈ ਦਵੈ ਭਾਂਤ ਸਤੇਈ। ਤੀਜਾ ਜਾਮੈ ਕਹਿੰਦੇ ਸਤੇਈ, ਉਹ ਦੋ ਤਰ੍ਹਾਂ ਦੀ ਹੁੰਦੀ ਚੋਰੀ। ਇੱਕ ਤਨ ਕੀ ਇੱਕ ਮਨ ਕੀ ਸੇਈ। ਇੱਕ ਤਾਂ ਕਹਿੰਦੇ ਸਰੀਰ ਦੇ ਨਾਲ ਚੋਰੀ ਕਰਦੇ, ਇੱਕ ਮਨ ਕਰਕੇ ਵੀ ਚੋਰੀ ਹੁੰਦੀ ਹੈ। ਪਰ ਕੀ ਵਸਤ ਛਪਾਵਨ ਕਰਨੀ। ਸਰੀਰ ਦੀ ਚੋਰੀ ਇਹ ਹੈ ਵੀ ਦੂਜਿਆਂ ਦੀ ਜਿਹੜੀ ਛੁਪੀ ਚੀਜ਼ ਆ ਚੁੱਕ ਕੇ ਲੁਕਾ ਲੈਣੀ, ਕਿਸੇ ਪਾਸੇ ਕਰ ਦੇਣੀ। ਇਹੋ ਸਤੇਈ ਤਨ ਕੀ ਬਰਨੀ। ਇਹ ਜਿਹੜੀ ਚੋਰੀ ਹੈ ਸਰੀਰ ਦੀ ਕਹਿੰਦੇ ਕਥਨ ਕੀਤੀ ਜਾਂਦੀ ਹੈ। ਕਰ ਹੈ ਪਾਪ ਪੁਨ ਰਾਖ ਦੁਰਾਏ। ਅੱਗੇ ਕਹਿੰਦੇ ਮਨ ਦੀ ਚੋਰੀ ਇਹ ਆ ਵੀ ਪਾਪ ਕਰਨੇ ਤੇ ਮਨ ਦੇ ਅੰਦਰ ਫਿਰ ਲੁਕੋ ਕੇ ਰੱਖਣੇ, ਦੱਸਣੇ ਨਾ ਵੀ ਮੈਂ ਆਹ ਪਾਪ ਗੁਨਾਹ ਕੀਤੇ। ਇਹ ਮਨ ਕੀ ਚੋਰੀ ਕਹਿਲਾਏ। ਇਹ ਕਹਿੰਦੇ ਮਨ ਦੀ ਜਿਹੜੀ ਚੋਰੀ ਕਹੀ ਜਾਂਦੀ ਹੈ, ਪਾਪ ਕਰਕੇ ਲੁਕੋ ਕੇ ਦੱਸਣੇ, ਗੁਰੂ ਪੀਰ ਦੇ ਸਾਹਮਣੇ ਸਪਸ਼ਟ ਨਾ ਦੱਸਣੇ। ਇਨ ਦੁਐ ਤਜਨ ਤ੍ਰਿਤੀਯ ਯਮ ਜਾਨਹੁ। ਇਹ ਮਨ ਦੀ ਚੋਰੀ ਤੇ ਸਰੀਰ ਦੋਹਾਂ ਨੂੰ ਛੱਡਣਾ। ਕਹਿੰਦੇ ਤੀਸਰਾ ਜਮ ਤੂੰ ਜਾਣ ਲਾ। ਭੂਲ ਨ ਕਹੂੰ ਨਿਰਪਤ ਮਨ ਠਾਨਹੁ। ਇਹ ਰਾਜੇ ਮਨ ਦੇ ਵਿੱਚ ਕਦੇ ਵੀ ਭੁੱਲ ਕੇ ਨਹੀਂ, ਨਾ ਸਰੀਰ ਦੀ ਨਾ ਮਨ ਦੀ ਚੋਰੀ ਕਰਨੀ ਹੈ। ਚੌਥੇ ਬ੍ਰਹਮਚਰਜ ਸੁਖ ਸਾਰੂ। ਚੌਥਾ ਜਾਮੈ ਬ੍ਰਹਮਚਰਜ, ਉਹ ਬੜਾ ਸੁਖਾਂ ਦੇ ਸਹਿਤ ਹੈ, ਸ੍ਰੇਸ਼ਟ। ਜੀਤਨ ਕਾਮ ਅਸ਼ਟ ਪ੍ਰਕਾਰਾ। ਉਹ ਕਹਿੰਦੇ ਬ੍ਰਹਮਚਰਮ ਜੀ ਹੈ ਵੀ ਜਿਹੜਾ 8 ਤਰ੍ਹਾਂ ਦਾ ਕਾਮ ਹੈ, ਉਹਨੂੰ ਕਹਿੰਦੇ ਜਿੱਤ ਲੈਣਾ, ਉਹਦੇ ਤੇ ਕਾਬੂ ਕਰ ਲੈਣਾ। ਪ੍ਰਥਮੈ ਤ੍ਰਿਏ ਕੀ ਬਾਤੈਂ ਕਰਨੀ। ਪਹਿਲਾ ਤਾਂ ਇਹ ਹੈ ਕਹਿੰਦੇ ਵੀ ਕਿਸੇ ਇਸਤਰੀ ਦੀ ਨਾਲ ਗੱਲਾਂ ਬਾਤਾਂ ਜੀਆਂ ਕਰਨੀਆਂ। ਦੂਜੇ ਸੁਨ ਸੁਨ ਮਨ ਮਹਿ ਧਰਨੀ। ਦੂਜਾ ਬ੍ਰਹਮਚਰ ਇਹ ਹੈ ਵੀ ਸੁਣ ਸੁਣ ਕੇ ਮਨ ਦੇ ਵਿੱਚ ਧਾਰਨੀਆਂ, ਹਿਰਦੇ ਵਿੱਚ ਵਸਾਉਣੀਆਂ। ਤੀਜੈ ਤੀਏ ਇਕਾਂਤ ਮਿਲ ਬੈਸਨ। ਤੀਜਾ ਬ੍ਰਹਮਚਰ ਹੈ ਵੀ ਇਕਾਂਤ ਮਿਲ ਕੇ ਬੈਠਣਾ, ਇਹ ਨਾ ਬੈਠਣਾ, ਇਹ ਵੀ ਇਹ ਬ੍ਰਹਮਚਰਜ ਹੈ। ਚੌਥੇ ਹੋਵਤ ਅੰਗ ਸਪਰਸ਼ਨ। ਚੌਥਾ ਜਿਹੜਾ ਅੰਗਾਂ ਦੇ ਨਾਲ ਛੋਹਣਾ ਹੈ। ਪੰਚਮ ਹਿਤਕਾਰ ਦੇਖੈ ਤੀਸੋ। ਪੰਜਵਾਂ ਬ੍ਰਹਮਚਰਜ ਹੈ ਵੀ ਜਿਹੜੀ ਤੀਹ ਹੈ, ਇਸ ਨੂੰ ਕਹਿੰਦੇ ਹਿਤ ਨਾਲ ਨੀਜ ਲਾ ਕੇ ਜੇ ਤੱਕਣਾ। ਛਠੇ ਅਲਿੰਗਨ ਕਰੈ ਹੀਸੋ। ਛੇਵਾਂ ਬ੍ਰਹਮਚਰਜ ਹੈ ਹਿਰਦੇ ਦੇ ਨਾਲ ਅਲਿੰਗਨ ਕਰਨਾ, ਸੰਬੰਧ ਕਰਨਾ। ਸਪਤ ਚਿਤਵਨੋ ਮਨ ਮਹਿ ਨਾਰੀ। ਸੱਤਵਾਂ ਬ੍ਰਹਮਚਰਜ ਹੈ ਮਨ ਦੇ ਵਿੱਚ ਇਸਤਰੀ ਦਾ ਖਿਆਲ ਜਾਈ ਰੱਖੀ ਰੱਖਣਾ। ਅਸ਼ਟਮ ਭੋਗ ਕਰਨ ਵਿਦ ਸਾਰੀ। ਅੱਠਵਾਂ
ਕਹਿੰਦੇ ਇਹ ਬ੍ਰਹਮਚਰਜ ਹੈ, ਜਿਵੇਂ ਸਿੱਧਾ ਸੰਬੰਧ ਕਰ ਹੀ ਲੈਣਾ, ਇਸ ਤੋਂ ਬਚ ਕੇ ਰਹਿਣਾ। ਇਹ ਇਨ ਸਭ ਹਿਨ ਕੋ ਤਿਆਗੈ ਜੇ। ਇਹ ਜਿਹੜਾ 8 ਤਰ੍ਹਾਂ ਦਾ ਕਹਿੰਦੇ ਹੈ ਨਾ ਕਾਮ, ਇਹਨੂੰ ਸਾਰਾ ਤੁਕਰ ਜੜ ਕੇ ਸਭ ਤਰ੍ਹਾਂ ਕਰਕੇ ਛੱਡ ਦੇਣਾ। ਬ੍ਰਹਮਚਰਜ ਧਾਰਤ ਹੈ ਤੇ। ਉਹੀ ਅਸਲੀ ਬ੍ਰਹਮਚਰਜ ਰੱਖਦੇ, ਬਿੰਦ ਨੂੰ ਰੋਕ ਕੇ ਰੱਖਦੇ। ਪੰਚਨ ਯਮ ਹੈ ਧੀਰਜ ਕਰਨੀ। ਕਹਿੰਦੇ ਪੰਜਵਾਂ ਜਮ ਹੈ ਧੀਰਜ, ਉਹ ਹਮੇਸ਼ਾ ਧੀਰ ਧਾਰ ਕੇ ਰੱਖਣੀ। ਦੁੱਖ ਸੁਖ ਸਦਾ ਸਹੇ ਸਮ ਧਰਨੀ। ਕਹਿੰਦੇ ਦੁੱਖਾ ਬਣੇ ਸੁਖਾ ਬਣੇ, ਧਰਤੀ ਦੇ ਸਮਾਨ ਇੱਕ ਸਹਾਰੀ ਜਾਣਾ। ਜਿਵੇਂ ਧਰਤੀ ਜੇ ਕੋਈ ਉਹਨੂੰ ਚੰਦਨ ਲੇਪੀ ਜਾਵੇ ਜਾਂ ਪੁੱਟੀ ਜਾਵੇ, ਉਹ ਧੀਰਜ ਧਾਰੀ ਰੱਖਦੀ ਹੈ। ਇਸ ਤਰ੍ਹਾਂ ਦੁੱਖ ਸੁਖ ਆਵਣੇ ਧਰਤੀ ਉਹ ਧੀਰਜ ਧਾਰੀ, ਡੋਲਣਾ ਹਿਲਣਾ ਨਾ। ਆਪਦ ਸੰਪਦ ਆਤਪ ਸੀਤਾ। ਹਾਂ, ਜਦੋਂ ਕੋਈ ਬਿਪਤਾ ਆ ਜਾਏ ਉਦੋਂ ਮਨੁੱਖ ਬਹੁਤ ਫਿਰ ਡੋਲਦਾ ਹੈ, ਧੀਰਜ ਛੱਡ ਜਾਂਦਾ ਹੈ। ਤੇ ਮਾਇਆ ਆ ਜਾਏ ਫਿਰ ਹੰਕਾਰ ਵਿੱਚ ਉਦੋਂ ਡੋਲਦਾ, ਫਿਰ ਫੂੰ ਫੂੰ ਕਰਦਾ। ਧੁੱਪ ਆ ਜਾਏ ਠੰਡ ਆ ਜਾਏ ਫਿਰ ਵੀ ਡੋਲਦਾ ਹੈ। ਬਿਲਕੁਲ ਨਾ ਹੋਏ ਡੁਲਾਵੇ ਚੀਤਾ। ਇਹਨਾਂ ਕਰਕੇ ਵਿਆਕਲ ਨਾ ਹੋਵੇ, ਨਾ ਚਿੱਤ ਨੂੰ ਡੁਲਾਵੇ। ਇਹ ਹੈ ਪੰਜਵਾਂ ਜਮ ਧੀਰਜ ਨਾਮ ਦਾ। ਖਸ਼ਟਮ ਯਮ ਹੈ ਖਿਮਾ ਸੁਹਾਈ। ਛੇਵਾਂ ਜਮ ਹੈ ਕਹਿੰਦੇ ਖਿਮਾ ਸੋਭਨੀਕ, ਜਿਹੜੀ ਕੋਈ ਸਹਾਰਨ ਸ਼ਕਤੀ ਹੈ। ਮਨ ਮਹਿ ਸ਼ੋਭ ਨ ਕਬਹੂ ਉਠਾਈ। ਮਨ ਦੇ ਵਿੱਚ ਕਦੇ ਵੀ ਕਹਿੰਦੇ ਅਸ਼ੋਭ ਨਾ ਹੋਣਾ, ਜਿਹੜਾ ਕੋਈ ਮਰਜ਼ੀ ਕੋਈ ਬਕਵਾਸ ਕਰੀ ਨਾਰਾਜ਼ ਨਾ ਹੋਣਾ ਉਸ ਤੇ। ਭਲਾ ਕੇ ਬੁਰਾ ਬਖਾਨੈ ਕੋਏ। ਭਾਵੇਂ ਕੋਈ ਮਨੁੱਖ ਚੰਗਾ ਉਹਨੂੰ ਕਹੀ ਜਾਏ ਜਾਂ ਕੋਈ ਬਹੁਤ ਮਾੜਾ ਬੋਲੀ ਜਾਏ ਆਖੀ ਜਾਏ। ਸਹਿਨਸ਼ੀਲ ਮਨ ਸਭ ਤੇ ਹੋਏ। ਮਨ ਕਰਕੇ ਸਭ ਪਾਸੋਂ ਕਹਿੰਦੇ ਸੀਲ ਸੁਭਾਅ ਵਾਲੇ ਹੈ, ਸਹਿਨ ਸ਼ਕਤੀ ਵਾਲੇ ਹੋਈ ਰਹੇ ਬਣੇ ਰਹਿਣਾ। ਸਪਤਮ ਦੁਖੀ ਨ ਦੇਖੇ ਕਾਹੀ। ਹਾਂ, ਸਤਵਾਂ ਜਾਵੇਂ ਦੁਖੀ ਉਹ ਕਿਸੇ ਨੂੰ ਨਾ ਵੇਖੇ ਦੇਖ ਨਾ ਸਕੇ। ਦਇਆ ਕਰੇ ਸਭ ਸੋ ਨਿਰਬਾਹੀ। ਦਇਆ ਨਾਮ ਦਾ ਜਮ ਹੈ, ਸਾਰਿਆਂ ਦੇ ਨਾਲ ਕਹਿੰਦੇ ਦਇਆ ਕਰੇ ਰਹਿਮ ਕਰੇ, ਦੁਖੀ ਨਾ ਦੇਖ ਸਕੇ। ਅਸ਼ਟਮ ਕੋਮਲ ਹਿਰਦਾ ਰਾਖੈ। 8ਵਾਂ ਜਮ ਹੈ ਕੋਮਲਤਾਈ, ਹਿਰਦੇ ਨੂੰ ਨਰਮ ਰੱਖ ਕੇ ਰੱਖੇ। ਸ਼ੁਭ ਉਪਦੇਸ਼ ਸਭਨ ਸੋ ਭਾਖੈ। ਜਿਹੜਾ ਵੀ ਆ ਜਾਣ ਚੰਗਾ ਉਪਦੇਸ਼ ਦੇਵੇ। ਨੌਮੋ ਯਮ ਮਿਰਜਾਦ ਆਹਾਰਾ। 9ਵਾਂ ਜਮ ਹੈ ਵੀ ਜਿਹੜਾ ਭੋਜਨ ਮਰਜ਼ਾਦਾ ਸਹਿਤ ਛਕੇ। ਭਲਾ ਬੁਰਾ ਲਖ ਕਰੈ ਵਿਚਾਰਾ। ਇਸ ਤਰ੍ਹਾਂ ਵਿਚਾਰ ਕੇ ਜਾਣੇ ਵੀ ਇਹ ਜਿਹੜਾ ਭੋਜਨ ਚੰਗਾ ਹੈ ਕਿ ਮਾੜਾ ਹੈ, ਬੁਰਾ ਹੈ, ਮਰਜ਼ਾਦਾ ਨਾ ਮਿਲਿਆ ਹੈ ਕਿ ਐਵੇਂ ਝੂਠ ਮੂਠ ਹੀ ਹੈ। ਖਾਨਨ ਕੋ ਆਹਾਰ ਹੈ ਚੇਤੋ। ਫਿਰ ਜਿਹੜਾ ਕਹਿੰਦੇ ਖਾਣ ਦਾ ਜਿੰਨਾ ਕਹਿੰਦੇ ਉਹ ਤਰੀਕਾ ਹੈਗਾ, ਰੋਜ਼ ਜਿੰਨਾ ਕੁ ਖਾਂਦਾ ਹੈ ਮਨੁੱਖ। ਚੌਥੇ ਭਾਗ ਖਾਏ ਕੰਮ ਤੇ ਤੋ। ਜਿੰਨੀ ਕੁ ਭੁੱਖ ਲੱਗੀ ਹੈ ਨਾ, ਜਿੰਨਾ ਕੁ ਰੋਜ਼ ਕਰਦਾ ਉਹਦੇ ਨਾਲੋਂ ਕਹਿੰਦੇ ਭੁੱਖ ਨਾਲੋਂ ਚੌਥਾ ਕਿੱਸਾ ਘੱਟ ਖਾਣਾ। ਭਾਵ ਹੈ ਪੇਟ ਭਰ ਕੇ ਨਹੀਂ ਖਾਣਾ, ਚੌਥਾ ਕਿੱਸਾ ਘੱਟ ਖਾਣਾ, ਭੁੱਖ ਰੱਖ ਕੇ ਛਕਣਾ ਹੈ। ਦਸਮੋ ਯਮ ਸੋ ਸੌਚ ਲਖੀਜੈ। ਹਾਂ, 10ਵਾਂ ਜਾਵੇਂ ਕਹਿੰਦੇ ਪਵਿੱਤਰਤਾਈ ਸਫਾਈ ਹੋ ਜਾਣ ਲਈ। ਜਲ ਮਿਰਤ ਕਾ ਇਸ਼ਨਾਨ ਕਰੀਜੈ। ਜਦੋਂ ਵੀ ਕੋਈ ਕਿਰਿਆ ਕਰਨੀ ਸਰੀਰ ਦੀ, ਬਾਹਰ ਮੈਦਾਨ ਜਾਣਾ, ਉਹਦੀ ਮਿੱਟੀ ਜਲ ਲੈ ਕੇ ਹੱਥ ਮਾਂਜਣੇ ਧੋਣੇ। ਲਘੂ ਸ਼ੰਕਾ ਕਰਨੀ, ਫਿਰ ਵੀ ਮਿੱਟੀ ਜਲ ਲਾ ਕੇ ਇਸੇ ਤਰ੍ਹਾਂ ਇਸ਼ਨਾਨ ਕਰਨਾ, ਪਵਿੱਤਰਤਾ ਰੱਖਣੀ। 10ਵਾਂ ਜਮ ਹੈ ਰਾਗ ਦੁਐਖ ਕੀ ਮਲ ਉਰ ਮਾਹੀ। ਇਹਦੇ ਨਾਲ ਨਾਲ ਕਹਿੰਦੇ ਹਿਰਦੇ ਵਿੱਚ ਜਿਹੜੀ ਕੋਈ ਰਾਗ ਦਵੇਸ਼ ਦੀ ਮੈਲ ਹੈ, ਤਜ ਕਰ ਸੋਚ ਕਰਤ ਹੈ ਤਾਹੀ। ਇਹਨੂੰ ਵੀ ਕਹਿੰਦੇ ਛੱਡ ਕਰਕੇ ਜਿਹੜੀ ਸਪਿੱਤਰਤਾ ਕਰਨੀ ਹੈ। ਇਹ ਕਹਿੰਦੇ ਅੰਦਰਲੀ ਤੇ ਬਾਹਰਲੀ ਸੋਚ ਹੈ। ਇਹ 10ਵਾਂ ਜਮ ਹੈ। ਯਮਦਾਸ ਇਸੀ ਪ੍ਰਕਾਰ ਲਾਏ। ਇਹ ਬਈ ਰਾਜਨ ਤੈਨੂੰ 10 ਤਰ੍ਹਾਂ ਦੇ ਜਿਹੜੇ ਜਮ ਹੈ ਉਚਾਰ ਦਿੱਤੇ ਹੈ, ਕਹਿ ਦਿੱਤੇ। 10 ਅਬ ਨੇਮ ਸੁਨੋ ਮਨ ਲਾਏ। ਅੱਗੇ ਦੂਜਾ ਕਹਿੰਦੇ ਜਿਹੜਾ ਯੋਗ ਦਾ 8 ਯੋਗ ਦਾ ਅੰਗ ਹਿੱਸਾ ਹੈ, ਉਹ ਹੈ ਨੇਮ। ਉਹ ਜਿਹੜੇ ਨੇਮ ਹੈ ਉਹ ਵੀ 10 ਤਰ੍ਹਾਂ ਦੇ ਹੈ। ਜਿਵੇਂ 10 ਤਰ੍ਹਾਂ ਦਾ ਜਮ ਹੈ ਤੇ ਉਹਨੂੰ ਗਿਣਿਆ ਇੱਕ ਵਿੱਚ ਹੈ, ਤੇ ਉਹਦੇ ਅੱਗੇ ਗਾਂ ਹਿੱਸੇ 'ਚ 10 ਬਣ ਗਏ ਹਨ। ਹੁਣ ਜਿਹੜਾ ਨੇਮ ਹੈ ਦੂਜਾ ਅੰਗ ਹੈ, ਉਹ ਕਹਿੰਦੇ 10 ਤਰ੍ਹਾਂ ਦਾ ਹੈ। ਉਹ ਜਿਵੇਂ 10 ਤਰ੍ਹਾਂ ਦਾ ਨੇਮ ਸਤਿਗੁਰਾਂ ਨੇ
ਖੋਲ ਕੇ ਰਾਜੇ ਨੂੰ ਦੱਸਿਆ ਸੀ। ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ, ਕਿਉਂਕਿ ਜਿਹੜਾ ਸਮਾਂ ਜਿੰਨਾ ਕੁ ਨੀਅਤ ਕੀਤਾ ਉਹ ਕਰੀਬ ਨੂੰ ਪੂਰਾ ਹੀ ਹੋ ਗਿਆ। ਜਿਸ ਕਰਕੇ ਅੱਜ ਦੇ ਦੀਵਾਨ ਦੀ ਸਮਾਪਤੀ ਆਪਾਂ ਇੱਥੇ ਰਲ ਮਿਲ ਕੇ ਕਰੀਏ ਜੀ। ਦਸਮੋ ਯਮਸੋ ਸੌਚ ਲਖੀਜੈ, ਜਲ ਮਿਰਤਕਾ ਇਸ਼ਨਾਨ ਕਰੀਜੈ। ਰਾਗ ਦੈਖ ਕੀ ਮਲ ਉਰ ਮਾਹੀ, ਤਜ ਕਰ ਸੌਚ ਕਰਤ ਹੈ ਤਾਹੀ। ਯਮਦਸ ਇਸੀ ਪ੍ਰਕਾਰ ਅਲਾਏ, 10 ਅਬ ਨੇਮ ਸੁਨੋ ਮਨ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।